ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰ। ਸਾਚੋ ਵਖਰ ਸੰਚੀਐ ਪੂਰੇ ਕਰਮ ਅਪਾਰ। ਸੁਖ ਦਾਤਾ ਦੁਖ ਮੇਟਣੋ ਸਤਿਗੁਰ ਅਸਰ ਸੰਘਾਰ। ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰ। ਸਾਚੋ ਵਖਰ ਸੰਚੀਐ ਪੂਰੇ ਕਰਮ ਅਪਾਰ। ਸੁਖ ਦਾਤਾ ਦੁਖ ਮੇਟਣੋ ਸਤਿਗੁਰ ਅਸਰ ਸੰਘਾਰ। ਭਵ ਜਲ ਬਿਖ ਮੰਡਰਾਵਨੋ ਨਾ ਕੰਦੀ ਨਾ ਪਾਰ। ਨਾ ਬੇੜੀ ਨਾ ਤੁਲਹੜਾ ਨਾ ਤਿਸ ਬੰਝ ਮਲਾਰ। ਸਤਿਗੁਰ ਭੈ ਕਾ ਬੋਹਿ ਥਾ ਨਦਰੀ ਪਾਰੀ ਉਤਾਰ। ਸਤਿਗੁਰ ਭੈ ਕਾ ਬੋਹਿ ਥਾ ਨਦਰੀ ਪਾਰੀ ਉਤਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕੀਤੇ ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 59 ਤੋਂ ਰਾਗ ਸ੍ਰੀ ਰਾਗ ਚੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਸ਼ਬਦ ਸਰਵਣ ਕੀਤਾ ਜੀ। ਇਹ ਸ਼ਬਦ ਦੇ ਪਿਛਲੇ 4 ਪਦੇ ਆਪਾਂ ਕੱਲ ਸਰਵਣ ਕੀਤੇ ਸੀ। ਅਗਲੇ ਪਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਬਖਸ਼ਿਸ਼ ਕਰਦੇ ਹਨ ਕਿ ਗੁਰੂ ਦੇ ਭੰਡਾਰੇ ਵਿੱਚ ਬਹੁਤ ਕੁਝ ਹੈ। ਸ਼ਬਦ ਦੀ ਆਰੰਭਤਾ ਕਰਦੇ ਸੀ, ਸਤਿਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ। ਹਰੇਕ ਮਨੁੱਖ ਨੂੰ ਗੁਰੂ ਦੀ ਲੋੜ ਪੈਂਦੀ ਆ, ਸੰਸਾਰੀ ਤੌਰ ਤੇ ਵੀ ਤੇ ਅਧਿਆਤਮਿਕ ਤੌਰ ਤੇ ਵੀ। ਸੰਸਾਰੀ ਤੌਰ ਤੇ ਮਨੁੱਖ ਗੁਰੂ ਲੱਭ ਲੈਂਦਾ ਹੈ, ਬਚਪਨ ਤੋਂ ਹੀ ਮਾਂ ਗੁਰੂ ਬਣਦੀ ਹੈ, ਫਿਰ ਪਿਤਾ ਗਾਈਡ ਕਰਦਾ ਹੈ, ਪਿਤਾ ਗੁਰੂ ਬਣਦਾ, ਫਿਰ ਅੱਗੇ ਸਕੂਲਾਂ ਦੇ ਵਿੱਚ ਉਸਤਾਦ ਗੁਰੂ ਮਿਲਦੇ ਆ, ਮਾਸਟਰ ਮਿਲਦੇ ਆ। ਇਸੇ ਤਰ੍ਹਾਂ ਹੀ ਫਿਰ ਜਿਹੜਾ ਹੈ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ, ਸੁਆਮੀ ਤੋਂ ਭਾਵ ਹੈ ਸੱਚ ਨਾਲ ਜੋੜਨ ਵਾਲਾ ਸਤਿਗੁਰੂ, ਸਵੈ ਦੇ ਨਾਲ ਜੋੜਨ ਵਾਲਾ, ਆਪਣੇ ਆਪੇ ਦੀ ਗਿਆਨ ਜਾਣਕਾਰੀ ਦੇਣ ਵਾਲਾ, ਉਹਨੂੰ ਕਹਿੰਦੇ ਆ ਸਤਿਗੁਰੂ ਜਾਂ ਸੁਆਮੀ। ਗੁਰ ਸੁਆਮੀ ਪਰਮੇਸ਼ਰਾ। ਔਰ ਜਦੋਂ ਇਹ ਸਤਿਗੁਰੂ ਸਾਨੂੰ ਮਿਲਦਾ ਹੈ ਤੇ ਸਾਨੂੰ ਜੀਵ ਨੂੰ ਪਰਮੇਸ਼ਰ ਵਿੱਚ ਮਿਲਣ ਦਾ ਰਸਤਾ ਦੱਸਦਾ ਹੈ ਤੇ ਪਰਮੇਸ਼ਰ ਵਿੱਚ ਮਿਲਾ ਕੇ ਪਰਮੇਸ਼ਰ ਹੀ ਬਣਾ ਦਿੰਦਾ। ਇਸ ਕਰਕੇ ਜਿੱਥੇ ਸਾਨੂੰ ਸੰਸਾਰੀ ਉਸਤਾਦਾਂ ਦੀ, ਗੁਰੂਆਂ ਦੀ ਲੋੜ ਹੈ, ਉੱਥੇ ਦਰਗਾਹੀ ਗੁਰੂ ਸ੍ਰੀ ਗੁਰੂ ਨਾਨਕ ਦੀ ਵੀ ਲੋੜ ਹੈ ਸਾਨੂੰ। ਸਤਿਗੁਰੂ ਤੋਂ ਬਿਨਾਂ ਵੀ ਨਹੀਂ ਸਰਨਾ। ਉਹ ਗੁਰੂ ਹਨ, ਇਹ ਸਤਿਗੁਰੂ ਹੈ, ਬਸ ਇੰਨਾ ਫਰਕ ਹੈ। ਉਹ ਸੰਸਾਰ ਦੇ ਨਾਲ ਜੋੜਦੇ ਨੇ, ਇਹ ਸੱਚ ਨਾਲ ਜੋੜਦਾ ਹੈ। ਉਹ ਮਾਇਆ ਨਾਲ ਜੋੜਦੇ ਹਨ, ਇਹ ਸੱਚ ਨਾਲ ਜੋੜਦਾ ਹੈ।
ਇਹਦੀ ਬੜੀ ਲੋੜ ਹੈ ਸਾਨੂੰ। ਜੇ ਮਨੁੱਖ ਨੇ ਸੰਸਾਰ ਵਿੱਚ ਸਭ ਕੁਝ ਸਿੱਖ ਲਿਆ ਪਰ ਇਹ ਗੱਲ ਨਾ ਸਿੱਖੀ, ਨਾ ਜਾਣੀ ਕਿ ਮੈਂ ਕੌਣ ਆ, ਕਿੱਥੋਂ ਆਇਆ, ਕੀ ਲੈਣ ਆਇਆ, ਮੇਰਾ ਦੇਸ਼ ਕਿਹੜਾ ਹੈ, ਮੈਂ ਉੱਥੇ ਵਾਪਸ ਕਿਵੇਂ ਜਾਵਾਂਗਾ, ਤਾਂ ਫਿਰ ਇਹ ਸਮਝੋ ਕਿ ਇਹਦਾ ਮਨੁੱਖ ਬਣ ਕੇ ਆਉਣਾ ਨਿਫਲ ਜਾਵੇਗਾ। ਜੇ ਇਹ ਗੱਲ ਨਾ ਜਾਣੀ, ਜੇ ਜਾਣ ਲਈ ਤੇ ਫਿਰ ਭਾਵੇਂ ਹੋਰ ਧਰਮ ਦੇ ਕਰਮ ਕਾਂਡ, ਰੀਤੀ ਰਿਵਾਜ ਕੁਛ ਵੀ ਨਾ ਕੀਤੇ ਹੋਣ, ਠਾਠ ਤੀਰਥਾਂ ਤੇ ਵੀ ਨਾ ਗਿਆ ਹੋਵੇ, ਪਰ ਗੁਰੂ ਨੂੰ ਮਿਲ ਪਵੇ ਤੇ ਉਹ ਸਭ ਭਰ ਧਰਮ ਇਸ ਦਾ ਪੂਰਾ ਹੋ ਜਾਂਦਾ ਹੈ। ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰੂ ਨੇ ਗਿਆਨ ਦੇ ਦੇਣਾ। ਗੁਰੂ ਪਿਆਰਿਓ, ਤੀਰਥਾਂ ਦੇ ਜਾਣ ਦਾ ਮਕਸਦ ਵੀ ਗਿਆਨ ਲੈਣਾ ਹੀ ਸੀਗਾ, ਪਰ ਹੌਲੀ ਹੌਲੀ ਸੰਸਾਰ ਦੇ ਵਿੱਚੋਂ ਉਹ ਗਿਆਨਤਾ ਹੋ ਗਿਆ ਖਤਮ। ਕੇਵਲ ਤੀਰਥਾਂ ਤੇ ਜਾ ਕੇ ਨਹਾਉਣਾ ਰਹਿ ਗਿਆ ਕਿ ਮੈਂ ਵੀ ਨਹਾਇਆ ਤੇ ਤੂੰ ਵੀ ਨਹਾਇਆ, ਕੋ ਸਤਨਾਮ ਸ੍ਰੀ। ਅਸਲ ਦੇ ਵਿੱਚ ਤੀਰਥਾਂ ਦੇ ਜਾਂਦੇ ਸੀ ਆਪਾਂ ਕੋਈ ਰੱਬ ਦੇ ਪਿਆਰਿਆਂ ਨੂੰ ਮਿਲਣ, ਉਦੋਂ ਮਸਾਂ ਮਿਲਦੇ ਸੀ ਰੱਬ ਦੇ ਪਿਆਰੇ। ਬਹੁਤੇ ਤਾਂ ਪਹਾੜਾਂ ਦੀਆਂ ਕੰਦਰਾਂ ਵਿੱਚ ਬੈਠੇ ਭਜਨ ਬੰਦਗੀ ਕਰਦੇ ਰਹਿੰਦੇ, ਪਰ ਇਹ ਮਿੱਥੇ ਹੋਏ ਸਮੇਂ ਜਿਵੇਂ ਮੱਸਿਆ ਲੱਗਣੀ ਜਾਂ ਹੋਰ ਸਮੇਂ ਜਿਵੇਂ ਕਲੈਤ ਦਾ ਨਹਾਉਣ ਕਹਿੰਦੇ ਆ, ਇੱਕ ਹਰਿਦੁਆਰ ਦਾ ਨਹਾਉਣ, ਇਹ ਜਿਹੜੇ ਸਮੇਂ ਰੱਖੇ ਹੋਏ ਸੀ 6 ਮਹੀਨਿਆਂ ਬਾਅਦ ਵਿਸਾਖੀ ਤੇ ਹਾੜੀ ਤੋਂ ਬਾਅਦ, ਤਾਂ ਉਹ ਸਮੇਂ ਰੱਖੇ ਹੁੰਦੇ ਸੀ ਤੇ ਉਦੋਂ ਇਹ ਰਿਸ਼ੀ ਮੁਨੀ ਵੀ ਤੀਰਥਾਂ ਤੇ ਆ ਜਾਂਦੇ ਤੇ ਜਨਤਾ ਵੀ ਚਲੀ ਜਾਂਦੀ ਸਮਾਂ ਕੱਢ ਕੇ, ਤੇ ਬਹੁਤ ਸਾਰੇ ਲੋਕ ਉਹਨਾਂ ਤੋਂ ਗਿਆਨ ਲੈ ਕੇ ਫਿਰ ਉਸ ਗਿਆਨ ਤੇ ਚੱਲਦੇ ਤੇ ਆਪਣਾ ਜੀਵਨ ਸਫਲਾ ਕਰ ਲੈਂਦੇ। ਪਰ ਹੌਲੀ ਹੌਲੀ ਉਹਨਾਂ ਰਿਸ਼ੀਆਂ ਦੇ ਮਿਲਾਪ ਦੀ ਬਜਾਏ ਮਨੁੱਖ ਕੇਵਲ ਨਹਾਉਣ ਤੱਕ ਸੀਮਿਤ ਰਹਿ ਗਿਆ। ਭੱਜ ਕੇ ਨਹਾਈਏ, ਅੱਜ ਮੱਸਿਆ ਮੈਂ ਵੀ ਜਾਇਆ ਵਾਂ ਭੱਜ ਕੇ ਹਾਜੀ ਰਤਨ, ਕੋ ਸਤਨਾਮ। ਪਰ ਭੱਜ ਕੇ ਨਹਾ ਕੇ ਮੁੜਨਾ ਹੀ ਰਹਿ ਗਿਆ ਮਨੁੱਖ ਦੇ ਅੰਦਰ। ਤਾਂ ਗੁਰੂ ਪਾਤਸ਼ਾਹ ਨੂੰ ਫਿਰ ਕਹਿਣਾ ਪਿਆ ਤੀਰਥਾਂ ਤੇ ਜਾਣ ਦਾ ਮਤਲਬ ਪਰਮੇਸ਼ਰ ਨੂੰ ਜਾਣਨਾ ਸੀਗਾ, ਖੁਦ ਨੂੰ ਜਾਣਨਾ ਸੀ, ਨਾਮ ਨੂੰ ਸਿਮਰਨਾ ਸੀ। ਇਸ ਕਰਕੇ ਅੱਜ ਦੇ ਸ਼ਬਦ ਵਿੱਚ ਪ੍ਰੀਤਮ ਜੀ ਇਹ ਕਹਿ ਰਹੇ ਹਨ, ਸਿੱਖਾ ਜੇ ਤੂੰ ਗੁਰੂ ਨੂੰ ਮਿਲ ਪਵੇਂ ਤਾਂ ਤੂੰ ਸਭ ਕੁਝ ਕਰ ਲਿਆ, ਸਭ ਕੁਝ ਕਰ ਲਿਆ, ਪਰ ਨਿਗੋਰਾ ਰਹਿ ਗਿਆ, ਗੁਰੂ ਵਾਲਾ ਨਹੀਂ ਬਣਿਆ ਤੇ ਕੁਝ ਵੀ ਨਹੀਂ ਕੀਤਾ। ਕੋ ਸਤਨਾਮ ਸ੍ਰੀ, ਕੁਝ ਵੀ ਨਹੀਂ ਕੀਤਾ। ਜਿਸ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਖੁਦ 19-20 ਵਾਰੀ ਗੰਗਾ ਤੇ ਗਏ ਆ, ਹਰਿਦੁਆਰ ਗਏ ਆ, ਪਰ ਆਖਰੀ ਸਮੇਂ ਜਦੋਂ ਇੱਕ ਵਾਰੀ ਉਹ ਵਾਪਸ ਆ ਰਹੇ ਤੇ ਇਹਨਾਂ ਦਾ ਸੰਗੀ ਗੰਗਾ ਦਾ ਯਾਤਰੀ, ਜਿਸ ਨੂੰ ਇਤਿਹਾਸ ਵਿੱਚ ਗੁਰੂ ਪਿਆਰਿਓ ਬ੍ਰਹਮ ਗਿਆਨੀ ਆਪਣਾ ਲਿਖਿਆ ਹੈ, ਕੋਈ ਬ੍ਰਾਹਮਣ ਹੈ, ਇਹਨਾਂ ਦਾ ਸੰਗੀ ਸਾਥੀ ਹੈ ਔਰ ਦੋਸਤ ਬਣ ਹੀ ਜਾਂਦਾ, ਇੱਕੋ ਰਸਤੇ ਤੇ ਜਾਣਨ ਵਾਲਾ ਬੰਦਾ। ਤੇ ਉਹ ਕਹਿਣ ਲੱਗਿਆ, ਅਮਰਦਾਸ ਤੇਰਾ ਗੁਰੂ ਕੌਣ ਹੈ? ਅੱਧੀ ਰਾਤ ਦਾ ਸਮਾਂ ਹੈ। ਪਹਿਲਾਂ ਗੁਰੂ ਅਮਰਦਾਸ ਜੀ ਦਾ ਪਿੰਡ ਬਾਸਰ ਕੇ ਆ ਗਿਆ। ਉਸ ਬ੍ਰਹਮਚਾਰੀ ਬ੍ਰਾਹਮਣ ਨੇ ਅੱਗੇ ਜਾਣਾ ਸੀ, ਰਾਤ ਪੈ ਗਈ। ਰਾਤ ਕੱਟਣ ਵਾਸਤੇ ਅਮਰਦਾਸ ਜੀ ਦੇ ਘਰ ਰੁਕ ਗਿਆ, ਮੰਜੇ ਡਾਹ ਤੇ ਜਲ ਪਾਣੀ ਛਕ ਲਿਆ, ਪੈ ਗਏ, ਗੱਲਾਂ ਬਾਤਾਂ ਚੱਲ ਪਈਆਂ, ਹਜੇ ਨੀਂਦ ਨਹੀਂ ਆਈ ਤੇ ਚਾਣ ਚੱਕ ਹੀ ਗੁਰੂ ਪਿਆਰਿਓ ਕਹਿਣ ਲੱਗਿਆ, ਉਹ ਬ੍ਰਹਮਚਾਰੀ ਅਮਰਦਾਸ ਤੇਰਾ ਗੁਰੂ ਕੌਣ ਹੈ? ਤੇ ਸਾਡੇ ਵਾਲੀ ਗੱਲ ਅਮਰਦਾਸ ਜੀ ਨੇ ਕਹਿ ਦਿੱਤੀ ਵੀ ਗੁਰੂ ਦੀ ਕੀ ਲੋੜ ਹੈ, ਆਪਾਂ ਤਾਂ ਗੰਗਾ ਦੀ ਯਾਤਰਾ ਕਰਦੇ ਹਾਂ, ਆਪਣਾ ਆਧਾਰ ਤਾਂ ਗੰਗਾ ਕਰੇਗੀ। ਤਾਂ ਉਹ ਬ੍ਰਹਮਚਾਰੀ ਇੱਕਦਮ ਉੱਠ ਕੇ ਬੈਠਾ ਹੋ ਗਿਆ, ਜੋੜੇ ਪਾਲੇ ਤੁਰ ਪਿਆ। ਅਮਰਦਾਸ ਜੀ ਕਹਿੰਦੇ ਕੀ ਹੋ ਗਿਆ? ਕਹਿੰਦਾ ਮੈਂ ਹੁਣ ਤੇਰੇ ਕੋਲ 1 ਮਿੰਟ ਵੀ ਨਹੀਂ ਰਹਿੰਦਾ। ਕਹਿੰਦੇ ਕਿਉਂ? ਕਹਿੰਦੇ ਕਿਉਂਕਿ ਤੂੰ ਤਾਂ ਨਗੁਰਾ ਹੈ, ਮੈਂ ਤਾਂ ਤੇਰੀ ਸੰਗਤ ਕਰਕੇ ਆਪਣਾ ਜੀਵਨ ਖਰਾਬ ਕਰ ਲਿਆ, ਕਿਉਂਕਿ ਨਗੁਰੇ ਦੀ ਸੰਗਤ ਕਰਕੇ ਹੋ ਸਕਦਾ ਸਾਡਾ ਵੀ ਜੀਵਨ ਖਰਾਬ ਹੋ ਜਾਵੇ ਜੇ ਉਹ ਗਲਤ ਰਸਤੇ ਪਿਆ ਹੋਇਆ। ਬਹੁਤ ਰੋਕਣ ਦੇ ਬਾਵਜੂਦ ਵੀ ਉਹ ਬ੍ਰਹਮਚਾਰੀ ਰੁਕਿਆ ਨਹੀਂ ਤੇ ਗੁਰੂ ਅਮਰਦਾਸ ਜੀ ਨੂੰ ਜਾਂਦਾ ਐਸੀ ਚੋਟ ਕਰ ਗਿਆ ਵੀ ਨਗੁਰੇ ਬੰਦੇ ਦਾ ਤਾਂ ਖਾਣਾ ਵੀ ਮਾੜਾ ਤੇ ਸਾਰੀ ਰਾਤ ਨੀਂਦ ਨਹੀਂ ਆਈ। ਗੁਰੂ ਨੂੰ ਮਿਲਣ ਦੀ ਕੋਸ਼ਿਸ਼ ਆਰੰਭ ਹੋ ਗਈ। ਤੜਕੇ ਦਿਨ ਚੜ੍ਹਦੇ ਨੂੰ ਘਰੋਂ ਹੀ ਪਤਾ ਲੱਗ ਗਿਆ ਉਹਨਾਂ ਦੀ ਭਤੀਜ ਨੋ ਬੀਬੀ ਅਮਰੋ ਗੁਰੂ ਅੰਗਦ ਦੇਵ ਜੀ ਦੀ ਸੁਪੁੱਤਰੀ ਸੀ। ਤਾਂ ਉਹਨਾਂ ਦੇ ਕੋਲੋਂ ਪਤਾ ਲੱਗਿਆ ਤੇ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਜਾ ਕੇ ਲਗਾਤਾਰ 12 ਸਾਲ ਸੇਵਾ ਕਰਕੇ ਉਹਨਾਂ ਤੋਂ ਉਹ ਗਿਆਨ ਪ੍ਰਾਪਤ ਕੀਤਾ। ਇਸ ਕਰਕੇ ਗੁਰੂ ਪਿਆਰਿਓ, ਗੁਰੂ ਵਾਲੇ ਬਣਨਾ ਕਿੰਨਾ ਜ਼ਰੂਰੀ ਹੈ।
ਸਤਿਗੁਰ ਪੂਰਾ ਜੇ ਮਿਲੇ ਪਾਈਐ ਰਤਨ ਵਿਚਾਰ, ਓਨਾ ਹੀ ਜ਼ਰੂਰੀ ਹੈ ਜਿਵੇਂ ਹਨੇਰੀ ਰਾਤ ਵਿੱਚ ਬੈਟਰੀ ਦੀ ਲੋੜ ਹੈ, ਲਾਈਟ ਦੀ ਲੋੜ ਹੈ ਸਾਨੂੰ, ਇਸੇ ਤਰ੍ਹਾਂ ਹੀ ਅਗਿਆਨਤਾ ਦੇ ਹਨੇਰੇ ਨੂੰ ਦੂਰ ਭਜਾਉਣ ਵਾਸਤੇ ਸਾਨੂੰ ਗੁਰੂ ਦੀ ਲੋੜ ਹੈ। ਤੇ ਗੁਰੂ ਕਿਹੜਾ ਰਤਨ ਦਿੰਦਾ ਹੈ? ਗਿਆਨ ਦਾ ਰਤਨ। ਹੀਰਾ ਹੁੰਦਾ ਵੈਸੇ, ਹੀਰਾ ਹਨੇਰੇ ਵਿੱਚ ਚਾਨਣ ਕਰਦਾ ਹੈ, ਗਿਆਨ ਅਗਿਆਨਤਾ ਨੂੰ ਭਜਾਉਂਦਾ ਹੈ। ਤਾਂ ਇਸ ਕਰਕੇ ਭਾਈ ਸਾਹਿਬ ਜੀ ਦੱਸ ਰਹੇ ਸਨ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਸੀ, ਸਿੱਖਾ ਜੇ ਤੂੰ ਗੁਰੂ ਦੇ ਲੜ ਲੱਗ ਜਾਵੇਂ ਤੇ ਗੁਰੂ ਦੇ ਕੋਲੇ ਬਹੁਤ ਕੁਝ ਹੈ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦੈ ਵੇਦ ਬਿਆਸੈ ਕੋਏ। ਪਿਛਲੇ ਰਿਸ਼ੀਆਂ ਮੁਨੀਆਂ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਉਹਨਾਂ ਨੇ ਵੀ ਗੁਰੂ ਲੱਭਿਆ ਸੀਗਾ। ਕਬੀਰ ਸਾਹਿਬ ਜੀ ਨੇ ਵੀ ਗੁਰੂ ਲੱਭਿਆ। ਅੱਧੀ ਰਾਤ ਨੂੰ ਰਾਮਾਨੰਦ ਦੇ ਰਾਹ 'ਚ ਪੈ ਗਿਆ, ਠੇਡਾ ਵੱਜਿਆ ਤੇ ਰਾਮਾਨੰਦ ਬਾਹੋਂ ਫੜ ਕੇ ਕਹਿਣ ਲੱਗੇ, ਉੱਠ ਓਏ ਰਾਮ ਕੇ ਰਾਮ ਕਹੋ, ਰਾਮ ਕਹਿਣ ਦਾ ਸਮੇਂ। ਉੱਥੋਂ ਗੁਰਮੰਤਰ ਕਬੀਰ ਸਾਹਿਬ ਜੀ ਨੇ ਪ੍ਰਾਪਤ ਕੀਤਾ ਸੀ ਇਸ ਢੰਗ ਨਾਲ, ਕਿਉਂਕਿ ਉਦੋਂ ਬ੍ਰਾਹਮਣ ਲੋਕ ਨੀਵੀਆਂ ਜਾਤਾਂ ਵਾਲਿਆਂ ਨੂੰ ਸ਼ੂਦਰ ਕਹਿ ਕਹਿ ਕੇ ਇਹਨਾਂ ਮੰਦਰਾਂ ਦੇ ਤੇ ਇਹਨਾਂ ਗੁਰੂਆਂ ਦੇ ਨੇੜੇ ਨਹੀਂ ਸੀ ਜਾਣ ਦਿੰਦੇ। ਕੋ ਸਤਨਾਮ ਸ੍ਰੀ। ਪਰ ਗੁਰੂ ਜਿਹੜਾ ਹੁੰਦਾ ਉਹਦੇ ਵਾਸਤੇ ਸਾਰੇ ਬਰਾਬਰ ਹੁੰਦੇ ਨੇ। ਜਦੋਂ ਕੋਈ ਪਹੁੰਚ ਜਾਵੇ ਤੇ ਉਹ ਗਲੇ ਲਾਉਂਦੇ ਆ, ਜੋ ਸ਼ਰਨ ਆਵੇ ਤਿਸ ਕੰਠ ਲਗਾਵੇ। ਇਹ ਬਿਰਧ ਸੁਆਮੀ ਸੰਦਾ, ਇਹ ਗੁਰੂ ਦਾ ਸੁਭਾਅ ਹੁੰਦਾ। ਪ੍ਰੀਤਮ ਜੀ, ਅੱਜ ਦੇ ਪਦੇ ਨੂੰ ਆਪਾਂ ਸਰਵਣ ਕੀਤਾ, ਜੋ ਤੀਸਰਾ ਪਦਾ ਹੈ। ਪਾਤਸ਼ਾਹ ਕਹਿੰਦੇ, ਗੁਰ ਭੰਡਾਰੇ ਪਾਈਐ, ਜਿੱਥੇ ਗੁਰੂ ਦੇ ਕੋਲੋਂ ਸੰਸਾਰ ਦਾ ਸਮਾਨ ਮਿਲਦਾ। ਪਿਛਲੀ ਪੰਕਤੀ ਵਿੱਚ ਪੜ੍ਹਿਆ ਸੀਗਾ, ਗਿਆਨ ਧਿਆਨ ਤੁਨ ਜਾਣੀਐ, ਅਕਥ ਕਹਾਵੇ ਸੋਏ। ਗੁਰੂ ਦੇ ਕੋਲੋਂ ਜਿੱਥੇ ਗਿਆਨ ਧਿਆਨ ਪ੍ਰਾਪਤ ਹੁੰਦਾ ਹੈ, ਜਿੱਥੇ ਅਕਥ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੁੰਦਾ ਹੈ, ਉੱਥੇ ਸਫਲਿਓ ਬਿਰਖ ਹਰੀਆਵਲਾ, ਸ਼ਾਵਕ ਹਨੇਰੀ ਹੋਏ। ਸੰਸਾਰੀ ਤੌਰ ਤੇ ਜਿਵੇਂ ਦਰਖਤ ਛਾਂ ਵੀ ਦਿੰਦਾ ਹੈ ਤੇ ਫਲ ਵਾਲੇ ਦਰਖਤ ਖਾਣ ਨੂੰ ਫਲ ਵੀ ਦਿੰਦੇ ਹੈ, ਇਸੇ ਤਰ੍ਹਾਂ ਗੁਰੂ ਸੰਸਾਰੀ ਸੁੱਖ ਵੀ ਦਿੰਦਾ ਹੈ, ਆਤਮਿਕ ਸੁੱਖ ਵੀ ਦਿੰਦਾ ਹੈ, ਦਰਗਾਹੀ ਸੁੱਖ ਵੀ ਦਿੰਦਾ ਹੈ। ਗੁਰੂ ਇਹ ਪਾਵਰ ਰੱਖਦਾ ਹੈ। ਲਾਲ ਜਵਹਿਰ ਮਾਨ ਕੀ ਗੁਰ ਭੰਡਾਰੈ ਸੋਏ। ਗੁਰੂ ਦੇ ਭੰਡਾਰੇ ਵਿੱਚ ਪਤਾ ਨਹੀਂ ਕਿਤਨੇ ਹੀਰੇ ਜਵਾਹਰਾਤ ਭਰੇ ਪਏ ਆ। ਹੁਣ ਤੁਸੀਂ ਕਹੋਗੇ ਕੰਚ ਦੇ ਨਹੀਂ, ਗਿਆਨ ਦੇ ਇਹ ਸ਼ਬਦ ਜਿਹੜੇ ਹਨ ਗੁਰਬਾਣੀ ਦੇ, ਇਹ ਹੀਰੇ ਜਵਾਹਰਾਤ ਹੈ। ਇਹ ਤੁਹਾਡੇ ਦਿਮਾਗ ਵਿੱਚੋਂ ਵੀ ਨਿਕਲਣ ਲੱਗ ਜਾਣਗੇ ਜੇ ਤੁਸੀਂ ਇਹਦੇ ਨਾਲ ਕਨੈਕਟ ਹੋਗੇ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ ਜੀ, ਅਸੀਂ ਗੁਰੂ ਨੂੰ ਪੁੱਛ ਲਈਏ, ਇਹ ਹੀਰੇ ਤੁਹਾਡੇ ਦਿਮਾਗ ਚੋਂ ਵੀ ਨਿਕਲਣੇ ਸ਼ੁਰੂ ਹੋ ਸਕਦੇ ਆ। ਭਾਵ ਤੁਹਾਡੇ ਅੰਦਰੋਂ ਵੀ ਗਿਆਨ ਪ੍ਰਗਟ ਹੋ ਕੇ ਆ ਸਕਦਾ ਹੈ। ਕਿਤਨੇ ਬ੍ਰਹਮ ਗਿਆਨੀਆਂ ਨੇ ਗ੍ਰੰਥਾਂ ਦੇ ਗ੍ਰੰਥ ਲਿਖ ਦਿੱਤੇ ਆ, ਉਸ ਗਿਆਨ ਦੇ ਕਾਰਨ ਉਹਨਾਂ ਹੀਰੇ ਜਵਾਹਰਾਤਾਂ ਨਾਲ ਭਰ ਦਿੱਤੇ। ਤਾਂ ਸਾਡੀ ਮੱਤ ਵਿੱਚ ਜਿਹੜਾ ਰਤਨ ਜਵਾਹਰ ਮਾਨਕ ਹਨ, ਉਹ ਗੁਰੂ ਦੀ ਕਿਰਪਾ ਨਾਲ ਨਿਕਲਣੇ ਆ, ਕਿਉਂਕਿ ਗੁਰੂ ਨੇ ਹੀ ਜਾਗ ਲਾਉਣੀ ਹੈ। ਜਿਵੇਂ ਦੁੱਧ ਤਾਂ ਸਾਰਿਆਂ ਦੇ ਘਰੇ ਪਿਆ ਹੈ, ਪਰ ਦਹੀਂ ਤੋਂ ਬਗੈਰ ਜਾਗ ਨਹੀਂ ਲੱਗਦਾ ਤੇ ਜਾਗ ਤੋਂ ਬਗੈਰ ਘਿਓ ਨਹੀਂ ਨਿਕਲਦਾ। ਕੋ ਸਤਨਾਮ ਸ੍ਰੀ। ਇਸੇ ਤਰ੍ਹਾਂ ਹੀ ਗੁਰੂ ਜਾਗ ਲਾਉਂਦਾ ਹੈ, ਆਪਦੇ ਕੋਲੋਂ ਦਹੀਂ ਪਾਉਂਦਾ ਹੈ, ਜਾਗ ਪਾਉਂਦਾ ਹੈ ਤੇ ਸਾਡੇ ਅੰਦਰੋਂ ਵੀ ਰੱਬ ਨੂੰ ਪ੍ਰਗਟ ਕਰ ਦਿੰਦਾ ਹੈ। ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਲਾਲ ਜਵਹਿਰ ਮਾਨ ਕੀ ਗੁਰ ਭੰਡਾਰੈ ਸੋਏ। ਗੁਰੂ ਦੇ ਖਜ਼ਾਨੇ ਵਿੱਚ ਹੀਰੇ ਜਵਾਹਰਾਤ ਮਾਨਕ ਭਰੇ ਪਏ ਹਨ। ਗਿਆਨ ਦੇ ਸ਼ਬਦ, ਗਿਆਨ ਦੇ ਰਤਨ। ਗੁਰ ਭੰਡਾਰੈ ਪਾਈਐ, ਨਿਰਮਲ ਨਾਮ ਪਿਆਰ। ਤੇ ਗੁਰੂ ਦੇ ਭੰਡਾਰੇ ਵਿੱਚੋਂ ਸਾਨੂੰ ਨਿਰਮਲਤਾ, ਨਿਰਵੈਰਤਾ, ਨਿਰਭਉ, ਨਿਰਵੈਰ, ਇਹ ਸਭ ਕੁਝ ਗੁਰੂ ਕੋਲੋਂ ਮਿਲਣਾ। ਜਿਨ੍ਹਾਂ ਯੋਧਿਆਂ ਨੇ, ਜਿਨ੍ਹਾਂ ਸੂਰਮਿਆਂ ਨੇ ਸੱਚ ਨੂੰ, ਧਰਮ ਨੂੰ ਕਾਇਮ ਕਰਨ ਵਾਸਤੇ ਜੰਗਾਂ ਯੁੱਧਾਂ ਕੀਤੀਆਂ, ਜਿਨ੍ਹਾਂ ਨੇ ਸੱਚ ਦੇ ਖੜ ਕੇ ਆਪਣੀਆਂ ਜਾਨਾਂ ਦੇ ਦਿੱਤੀਆਂ, ਜਾਂ ਜਿਨ੍ਹਾਂ ਨੇ ਜੰਗਾਂ ਦੇ ਵਿੱਚ ਜਾ ਕੇ ਸ਼ਹੀਦੀਆਂ ਪਾਈਆਂ, ਉਹਨਾਂ ਅੰਦਰੇ ਜੋਸ਼ ਕਿੱਥੋਂ ਆਇਆ? ਗੁਰੂ ਦੇ ਕੋਲੋਂ। ਕੋ ਸਤਨਾਮ। ਉਹ ਨਿਰਭਉ ਤੇ ਨਿਰਵੈਰ ਹੋ ਗਏ। ਉਹਨਾਂ ਨੇ ਨਿਰਭਉ ਤੇ ਨਿਰਵੈਰ ਨੂੰ ਗ੍ਰਹਿਣ ਕਰਕੇ ਫਿਰ ਜ਼ੁਲਮ ਦਾ ਟਾਕਰਾ ਕੀਤਾ। ਇਹ ਗੁਰੂ ਦੀ ਕਿਰਪਾ ਹੈ। ਗੁਰੂ ਦੀ ਕਿਰਪਾ ਨਾਲ ਹੀ ਬੰਦੇ ਵਿੱਚ ਨਿਰਭੈਤਾ ਦਾ, ਗੁਰੂ ਪਿਆਰਿਓ, ਜਿਹੜਾ ਹੈ ਸੁਭਾਅ ਬਣਦਾ ਹੈ। ਉਹਦੇ ਡਰ ਖਤਮ ਹੋ ਜਾਂਦੇ ਹੈ।
ਤੇ ਸਾਗਰ ਕਾਹਦਾ ਹੈ? ਡਰਾਂ ਦਾ। ਭਵ ਜਲ, ਭਉ ਜਲ। ਉਹ ਸਰੋਵਰ ਤਾਂ ਪਾਣੀ ਦਾ ਭਰਿਆ ਹੋਇਆ ਹੈ, ਪਰ ਸੰਸਾਰ ਅਨੇਕਾਂ ਡਰਾਂ ਦਾ ਭਰਿਆ ਹੋਇਆ। ਤੇ ਇਹਨਾਂ ਭਉ ਜਲ ਦੇ ਡਰਾਂ ਨੂੰ, ਸੰਸਾਰ ਦੇ ਡਰਾਂ ਨੂੰ ਖਤਮ ਕਰਨ ਵਾਲਾ ਗੁਰੂ ਹੈ। ਇਸ ਕਰਕੇ ਗੁਰ ਭੰਡਾਰੇ ਪਾਈਐ ਨਿਰਮਲ ਨਾਮ ਪਿਆਰ। ਜਿਸ ਤਰ੍ਹਾਂ ਜਲ ਦੇ ਸਰੋਤ ਸਰੋਵਰ ਦੇ ਵਿੱਚੋਂ ਅਸੀਂ ਸਰੀਰ ਦੀਆਂ ਮੈਲਾਂ ਲਾ ਸਕਦੇ ਹਾਂ, ਇਸੇ ਤਰ੍ਹਾਂ ਗੁਰੂ ਦੇ ਗਿਆਨ ਨਾਲ ਅੰਦਰਲੀਆਂ ਮੈਲਾਂ ਦੂਰ ਹੁੰਦੀਆਂ, ਲਹਿੰਦੀਆਂ ਹਨ। ਨਿਰਮਲਤਾ ਆਉਂਦੀ ਹੈ, ਨਾਮ ਪ੍ਰਾਪਤ ਆਉਂਦਾ ਹੈ। ਸਾਡੇ ਅੰਦਰ ਜਿੱਥੇ ਕਠੋਰਤਾ ਹੈ ਉੱਥੇ ਪਿਆਰ ਪੈਦਾ ਹੁੰਦਾ ਹੈ, ਉੱਥੇ ਦਇਆ ਆਉਂਦੀ ਹੈ। ਇਹ ਬਦਲਾਅ ਆਉਂਦਾ ਮਨੁੱਖ ਦੇ ਵਿੱਚ। ਜਿੱਥੇ ਕਾਮ ਵਾਸ਼ਨਾਵਾਂ ਹਨ ਉੱਥੇ ਮਨੁੱਖ ਦੇ ਅੰਦਰ ਗੁਰੂ ਪਿਆਰਿਓ ਪ੍ਰੇਮ ਪੈਦਾ ਹੁੰਦਾ ਹੈ। ਜਿੱਥੇ ਮਨੁੱਖ ਦੇ ਅੰਦਰ ਕ੍ਰੋਧ ਹੈ ਉੱਥੇ ਦਇਆ ਪੈਦਾ ਹੋ ਜਾਂਦੀ ਹੈ। ਜਿੱਥੇ ਮੋਹ ਹੈ ਉਹਦਾ ਪ੍ਰੇਮ ਬਣ ਜਾਂਦਾ ਹੈ। ਮੋਹ ਹੁੰਦਾ ਕੇਵਲ ਆਪਣੇ ਪਰਿਵਾਰ ਤੱਕ ਸੀਮਿਤ, ਤੇ ਪ੍ਰੇਮ ਹੁੰਦਾ ਸ੍ਰਿਸ਼ਟੀ ਦੇ ਨਾਲ, ਕੁਦਰਤ ਦੇ ਨਾਲ। ਉਹ ਮੋਹ ਪਲਟ ਕੇ ਪ੍ਰੇਮ ਬਣ ਜਾਂਦਾ ਹੈ। ਮੇਰੇ ਪ੍ਰੀਤਮ ਜੀ ਕਹਿੰਦੇ, ਆਓ ਗੁਰੂ ਦੇ ਲੜ ਲੱਗੀਏ। ਗੁਰੂ ਭੰਡਾਰੇ ਪਾਈਐ ਨਿਰਮਲ ਨਾਮ ਪਿਆਰ। ਸਾਚੋ ਵਖਰ ਸੰਚੀਐ ਪੂਰੇ ਕਰਮ ਅਪਾਰ। ਆਓ ਸੱਚ ਦਾ ਸੌਦਾ ਕਰੀਏ, ਆਓ ਸੱਚ ਨੂੰ ਇਕੱਤਰ ਕਰੀਏ, ਸੱਚ ਇਕੱਠਾ ਕਰੀਏ, ਸੱਚ ਦਾ ਸੌਦਾ ਇਕੱਠਾ ਕਰੀਏ। ਅਤੇ ਸਾਚੋ ਵਖਰ ਸੰਚੀਐ ਪੂਰੇ ਕਰਮ ਅਪਾਰ। ਸੁਖ ਦਾਤਾ ਦੁੱਖ ਮੇਟਨੋ ਸਤਿਗੁਰ ਅਸਰ ਸੰਘਾਰ। ਇਹ ਸੁੱਖਾਂ ਦਾ ਦਾਤਾ ਸਤਿਗੁਰੂ ਜਿਹੜਾ ਹੈ, ਦੁੱਖਾਂ ਨੂੰ ਦੂਰ ਕਰਨ ਵਾਲਾ ਤੇ ਸਾਡੇ ਅੰਦਰੋਂ ਦੈਂਤਾਂ ਨੂੰ ਮਾਰਨ ਵਾਲਾ। ਅਸਰ ਕੀ ਹੁੰਦੇ ਆ? ਦੈਂਤ। ਤੇ ਇੱਥੇ ਦੈਂਤ ਕਿਹੜੇ ਆ? ਸਿੰਘਾਂ ਵਾਲੇ ਨਹੀਂ, ਭਾਵ ਸਾਡੇ ਵਿਕਾਰ। ਜੇ ਬੰਦੇ ਮੰਗਦਰੋਂ ਵਿਕਾਰ ਮਰ ਗਏ ਤੇ ਇਹੀ ਬੰਦਾ ਦੇਵਤਾ ਬਣ ਜਾਣਾ। ਸੱਜਣ ਵਰਗਿਆਂ ਨੂੰ ਦੇਵਤੇ ਬਣਾ ਦਿੱਤਾ, ਕੌਡੇ ਰਾਖਸ਼ ਵਰਗਿਆਂ ਦਾ ਜੀਵਨ ਬਦਲ ਦਿੱਤਾ, ਭੂਮੀਏ ਚੋਰ ਵਰਗਿਆਂ ਦਾ ਜੀਵਨ ਬਦਲ ਦਿੱਤਾ। ਹੁਣ ਕੋਈ ਦੈਂਤ ਤੇ ਦੇਵਤੇ ਬਾਹਰੋਂ ਨਹੀਂ ਆਉਂਦੇਗੇ, ਇਹ ਮਨੁੱਖ ਹੀ ਵਿਕਾਰਾਂ ਕਰਕੇ ਦੈਂਤਾਂ ਵਰਗਾ ਬਣ ਗਿਆ, ਤੇ ਵਿਕਾਰ ਖਤਮ ਹੋ ਜਾਣ ਤੇ ਦੇਵਤਾ ਬਣ ਗਿਆ। ਔਰ ਪ੍ਰੀਤਮ ਨੇ ਇਸ ਵਿਸ਼ੇ ਤੇ ਮੋਹਰ ਲਾਈ ਆ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਬਾਰ। ਜਿਨ ਮਾਨਸ ਤੇ ਦੇਵਤੇ ਕੀਏ ਕੱਟ ਨ ਲਾਗੀ ਵਾਰ। ਮੈਂ ਬਲਿਹਾਰੇ ਜਾਵਾਂ ਗੁਰੂ ਤੋਂ, ਜਿਸ ਨੇ ਮੈਨੂੰ ਮਨੁੱਖ ਤੋਂ ਦੇਵਤਾ ਬਣਾ ਦਿੱਤਾ। ਭਾਵ ਚੰਗੇ ਗੁਣ ਦੇ ਦਿੱਤੇ ਤੇ ਮਨੁੱਖ ਦਾ ਸੁਭਾਅ ਬਦਲ ਗਿਆ। ਸੁਭਾਅ ਦਾ ਜਿਹੋ ਜਿਹਾ ਸੁਭਾਅ ਹੈ ਉਹੋ ਜਿਹਾ ਨਾਮ ਟਿਕ ਜਾਂਦਾ। ਚੋਰੀ ਦਾ ਸੁਭਾਅ ਚੋਰ ਬਣ ਗਿਆ, ਠੱਗੀ ਦਾ ਸੁਭਾਅ ਠੱਗ ਬਣ ਗਿਆ, ਚੰਗਾ ਸੁਭਾਅ ਤੇ ਦੇਵਤਾ ਬਣ ਗਿਆ, ਮਾੜਾ ਸੁਭਾਅ ਤੇ ਦੈਂਤ ਬਣ ਗਿਆ। ਇਸ ਕਰਕੇ ਗੁਰੂ ਸਾਡੇ ਸੁਭਾਅ ਨੂੰ ਬਦਲ ਦਿੰਦਾ, ਸਾਡੇ 'ਚ ਬਦਲਾਅ ਲੈ ਕੇ ਆਉਂਦਾ ਹੈ। ਪ੍ਰੀਤਮ ਜੀ ਕਹਿੰਦੇ, ਸਾਚੋ ਵਖਰ ਸੰਚੀਐ ਪਾਈਐ ਕਰਮ ਅਪਾਰ। ਜੇ ਗੁਰੂ ਕਿਰਪਾ ਕਰੇ, ਸਾਡੇ ਕਰਮ ਉੱਚੇ ਹੋਣ, ਵੱਡੇ ਹੋਣ, ਸਾਡੇ ਕਰਮ ਚੰਗੇ ਹੋਣ, ਭਾਵ ਸਾਡੇ ਚੰਗੇ ਕੰਮ ਹੋਣ। ਜੇ ਸਾਡਾ ਪਹਿਲਾਂ ਵੀ ਜੀਵਨ ਚੰਗਾ ਹੋਵੇ ਫਿਰ ਗੁਰੂ ਮਿਲਦਾ ਹੈ, ਤੇ ਫਿਰ ਗੁਰੂ ਮਿਲ ਕੇ ਸਾਨੂੰ ਹੋਰ ਵੀ ਚੰਗਾ ਬਣਾਉਂਦਾ ਹੈ। ਜਿਸ ਤਰ੍ਹਾਂ ਬਾਬੇ ਨਾਨਕ ਤੋਂ ਸ਼ੁਰੂਆਤ ਹੋਈ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਦਿਆਂ ਜੇ ਸਿੱਖ ਨੂੰ ਗਿਆਨ ਦੇ ਦੇ ਕੇ ਅੰਦਰੋਂ ਚੰਗਾ ਬਣਾਇਆ ਸੀ, 10ਵੇਂ ਪਾਤਸ਼ਾਹ ਨੇ ਬਾਹਰੋਂ ਵੀ ਸੁੰਦਰ ਬਣਾ ਦਿੱਤਾ। ਸਾਬਤ ਸੂਟ, ਦਸਤਾਰ ਸਿਰਾ, 5 ਕਕਾਰ ਆਦਿ ਅੰਦਰੋਂ ਗਿਆਨ ਦੇ ਕੇ, ਅੰਦਰੋਂ ਨਿਰਭੈਤਾ ਦਾ ਗੁਰੂ ਪਿਆਰਿਓ ਵਰ ਦੇ ਕੇ ਇਸ ਨੂੰ ਨਿਰਭਉ ਨਿਰਵੈਰ ਬਣਾ ਕੇ ਬਾਹਰੋਂ ਇਸ ਨੂੰ ਯੋਧਾ ਸੂਰਮਾ ਵੀ ਬਣਾਇਆ। ਜਿੱਥੇ ਸੰਤ ਬਣਾਇਆ ਉੱਥੇ ਫਿਰ ਸਿਪਾਹੀ ਵੀ ਬਣਾ ਦਿੱਤਾ ਜ਼ੁਲਮ ਦਾ ਟਾਕਰਾ ਕਰਨ ਲਈ। ਔਰ ਇਸ ਕੰਮ ਤੇ ਮਨੁੱਖ ਦੇ ਵਿੱਚ ਇੰਨਾ ਬਦਲਾਅ ਲਿਆਉਣ ਲਈ 239 ਸਾਲ ਲੱਗੇ ਆ। ਬਾਬੇ ਨਾਨਕ ਤੋਂ ਸ਼ੁਰੂ ਹੋਇਆ ਤੇ 10ਵੇਂ ਪਾਤਸ਼ਾਹ ਨੇ ਆਖਰੀ ਸ਼ੋਹਾਂ ਦਿੱਤੀਆਂ ਔਰ ਖਾਲਸਾ ਪੰਥ ਸਾਜ ਕੇ ਦੱਸਿਆ ਕਿ ਆਹ ਹੈ ਪਰਮੇਸ਼ਰ ਦਾ ਭੇਜਿਆ ਬੰਦਾ ਅਸਲੀ। ਕਹੋ ਸਤਨਾਮ ਸ੍ਰੀ। ਇਹ ਹੈ ਪਰਮੇਸ਼ਰ ਦਾ ਭੇਜਿਆ ਹੋਇਆ ਉਹ ਮਨੁੱਖ ਜੋ ਸਾਬਤ ਸੂਟ, ਦਸਤਾਰ ਸਿਰਾ ਜਿਸ ਨੂੰ ਕਹਿੰਦੇ ਹਨ। 10ਵੇਂ ਪਾਤਸ਼ਾਹ ਨੇ ਜਾ ਕੇ ਇਹਨੂੰ ਆਖਰੀ ਸ਼ੋਹਾਂ ਕਿਹਾ, ਦੇ ਕੇ ਕਿਹਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਇਹ ਹੈ ਮੇਰਾ ਰੂਪ ਤੇ ਮੈਂ ਹੋ ਪਰਮ ਪੁਰਖ ਕਾ ਰੂਪ, ਮੈਂ ਹੋ ਪਰਮ ਪੁਰਖ ਕੋ ਦਾਸ। ਉਹ ਪਰਮੇਸ਼ਰ ਦੇ ਪੁੱਤਰ ਕਹਿੰਦੇ ਆਪਣੇ ਆਪ ਨੂੰ ਤੇ ਸਾਨੂੰ ਆਪ ਦਾ ਪੁੱਤਰ ਬਣਾਉਂਦੇ ਆ। ਫਿਰ ਦਾਦੇ ਪੋਤੇ ਦੇ ਪੁੱਤਰ 'ਚ ਕੀ ਫਰਕ ਹੋਇਆ ਬਈ? ਸਤਿਗੁਰ ਨੇ ਮਨੁੱਖ ਨੂੰ
ਉਹ ਸਰੂਪ ਦਿੱਤਾ ਜਿਹੜਾ ਧੁਰੋਂ ਆਇਆ ਖਾਲਸਾ ਪੰਥ ਨੂੰ। ਮੇਰੇ ਪ੍ਰੀਤਮ ਜੀ ਕਹਿੰਦੇ, ਸੁਖ ਦਾਤਾ ਦੁੱਖ ਮੇਟਣੋ ਸਤਿਗੁਰ ਅਸਰ ਸੰਘਾਰ। ਇਹ ਸੁੱਖਾਂ ਦਾ ਦਾਤਾ ਸਤਿਗੁਰੂ ਇਹ ਪਾਵਰ ਰੱਖਦਾ ਹੈ ਕਿ ਜਿਹੜਾ ਇਹਦੀ ਸ਼ਰਨ ਚ ਆ ਗਿਆ ਉਹਦੇ ਦੁੱਖਾਂ ਦਾ ਖਾਤਮਾ ਕਰ ਦਿੰਦਾ, ਉਹਦੇ ਅੰਦਰੋਂ ਦੈਂਤਾਂ ਨੂੰ ਮਾਰ ਦਿੰਦਾ, ਮਾੜੀ ਸੋਚ ਨੂੰ ਵਿਕਾਰਾਂ ਨੂੰ ਮਾਰ ਕੇ ਉਹਨੂੰ ਚੰਗਾ ਬਣਾ ਦਿੰਦਾ। ਅਸਰ ਸੰਘਾਰ, ਵਿਕਾਰਾਂ ਦਾ ਸੰਘਾਰ ਕਰ ਦਿੰਦਾ, ਖਾਤਮਾ ਕਰ ਦਿੰਦਾ। ਪਰ ਗੁਰੂ ਤੋਂ ਬਗੈਰ ਸਿੱਖੋ ਇਹ ਗੱਲ ਯਾਦ ਰੱਖਿਓ, ਭਵ ਜਲ ਬਿਖਮ ਡਰਾਵਣੋ। ਇਹ ਸੰਸਾਰ ਦਾ ਜੀਵਨ ਬੜਾ ਡਰਾਉਣਾ ਹੈ ਜੇ ਗੁਰੂ ਦੇ ਲੜ ਨਹੀਂ ਲੱਗਦੇ। ਬੜਾ ਭਿਆਨਕ ਹੈ ਸੰਸਾਰ। ਭਵ ਜਲ, ਇਹਦੇ ਵਿੱਚ ਡਰਾਂ ਦਾ ਜਲ ਹੈ। ਭਾਵ ਡਰ ਹੀ ਡਰ ਭਰਿਆ ਪਿਆ ਚਾਰ ਛਪੇਰੇ। ਗੁਰੂ ਪਿਆਰਿਓ, ਜਦੋਂ ਗੁਰੂ ਕਿਰਪਾ ਕਰਦਾ ਇਸ ਨੂੰ ਯੋਧਾ ਬਣਾ ਦਿੰਦਾ, ਫਿਰ ਇਹਦੇ ਡਰ ਖਤਮ ਹੋ ਜਾਂਦੇ ਆ, ਫਿਰ ਕੋਈ ਇਹਦੇ ਨੇੜੇ ਨਹੀਂ ਫੜਕ ਸਕਦਾ। ਪ੍ਰੇਮ ਵੀ ਕਰਦਾ ਜਦ ਲੰਗਰ ਛਕਾਉਂਦਾ। ਤੇ ਫਿਰ ਵੇਖੋ ਅੱਜ ਦਿੱਲੀ ਦੇ ਵਿੱਚ ਆਲ ਵਰਲਡ ਮੰਨਦਾ ਹੈ ਕਿ ਪੰਜਾਬ ਦਾ ਸਿੱਖ ਇਹੋ ਜਿਹਾ। ਦੁਨੀਆ ਤੇ ਇਹਦੀ ਫੋਟੋ ਹੀ ਹੋਰ ਵਿਖਾਈ ਸੀ ਸਰਕਾਰਾਂ ਨੇ। ਤਾਂ ਸਰਕਾਰਾਂ ਨੇ ਇਹਨੂੰ ਅੱਤਵਾਦੀ, ਵੱਖਵਾਦੀ, ਪਤਾ ਨਹੀਂ ਕੀ ਕੁਝ ਮਾੜੇ ਸ਼ਬਦਾਂ ਨਾਲ ਬਿਆਨ ਕੀਤਾ ਵੀ ਇਹ ਤਾਂ ਬਹੁਤ ਮਾੜੇ ਹੁੰਦੇ ਆ, ਲੋਕਾਂ ਨੂੰ ਪਤਾ ਹੀ ਨਹੀਂ ਸੀਗਾ। ਆ ਗੁਰੂ ਨੇ ਕਿਰਪਾ ਕੀਤੀ, ਇੱਕ ਬਹਾਨਾ ਜਿਹਾ ਬਣਿਆ, ਸਾਰੀ ਦੁਨੀਆ ਨੂੰ ਪਤਾ ਲੱਗਿਆ ਵੀ ਨਹੀਂ ਯਾਰ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦਾ ਸਿੱਖ ਤਾਂ ਆ ਹੈ ਜਿਹੜਾ ਭੁੱਖਿਆਂ ਨੂੰ ਰਜਾਉਂਦਾ ਹੈ। ਕਹੋ ਸਤਨਾਮ। ਖਾਲਸਾ ਏਡ ਵਾਲੇ ਭਾਈ ਸਾਹਿਬ ਭਾਈ ਰਵੀ ਸਿੰਘ ਨੇ ਬੜਾ ਹੀ ਉਦਮ ਕੀਤਾ, ਉਹਨਾਂ ਦੇ ਕਰਕੇ ਵੀ ਸਾਡਾ ਦੁਨੀਆ ਵਿੱਚ ਸਿਰ ਉੱਚਾ ਹੋਇਆ। ਵੀ ਖਾਲਸਾ ਆ ਹੈ, ਇਹਦਾ ਨਾਮ ਹੈ ਅਸਲ 'ਚ ਖਾਲਸਾ। ਕਹੋ ਸਤਨਾਮ ਸ੍ਰੀ। ਇਹ ਹੈ ਖਾਲਸਾ ਏਡ ਜਾਂ ਖਾਲਸਾ ਰੂਪ ਗੁਰੂ ਦਾ ਬਣਾਇਆ ਹੋਇਆ, ਜਿਹੜਾ ਭੁੱਖਿਆਂ ਨੂੰ ਲੰਗਰ ਛਕਾਉਂਦਾ। ਔਰ ਦਿੱਲੀ ਦੇ ਵਿੱਚ ਜਿੱਥੇ ਕਿਸਾਨ ਆਪਣਾ ਹੱਕ ਲੈਣ ਵਾਸਤੇ ਗਏ ਆ, ਉੱਥੇ ਇਹ ਵੀ ਪ੍ਰਚਾਰ ਹੋ ਗਿਆ ਵੀ ਸਿੱਖ ਕਿਹਨੂੰ ਕਹਿੰਦੇ ਆ, ਜਾਂ ਪੰਜਾਬ ਦਾ ਜਿਹੜਾ ਮਨੁੱਖ ਹੈ ਜਿਹਨੂੰ ਦੁਨੀਆ ਨੇ ਨਸ਼ੇੜੀ ਕਹਿਤਾ ਸੀ, ਨੌਜਵਾਨਾਂ ਨੂੰ, ਜਿਨ੍ਹਾਂ ਨੇ ਗੁਰੂ ਪਿਆਰਿਓ ਪੰਜਾਬ ਦੇ ਲੋਕਾਂ ਨੂੰ ਬੜੇ ਮਾੜੇ ਕਿਹਾ ਹੋਇਆ ਸੀ, ਉਹ ਪਰਮੇਸ਼ਰ ਨੇ ਕਿਰਪਾ ਕੀਤੀ। ਐਸੀ ਬਾਰਿਸ਼ ਪਈ ਕਿਰਪਾ ਦੀ, ਜਿਵੇਂ ਮੀਂਹ ਪਿਆ ਦਰਖਤ ਧੋਤੇ ਜਾਂਦੇ ਐ, ਉਹ ਦੁਨੀਆ ਦੇ ਲਾਏ ਸਾਰੇ ਹੀ ਲੱਛਣ ਦੂਰ ਹੋ ਗਏ। ਕਹੋ ਸਤਨਾਮ ਸੀ। ਜੋ ਦੁਨੀਆ ਨੇ ਲਾਏ ਸੀਗੇ, ਸੰਸਾਰ ਨੂੰ ਪਤਾ ਲੱਗਿਆ ਵੀ ਨਹੀਂ ਇਹ ਤਾਂ ਬਹੁਤ ਚੰਗਾ ਹੈ। ਔਰ ਦੁਨੀਆ ਮੰਨਦੀ ਹੈ ਕਿ ਜੇ ਕਰੋਨਾ ਦੇ ਵੇਲੇ ਇਹ ਗੁਰੂ ਘਰਾਂ ਦੇ ਜਿਹੜੇ ਸੇਵਾਦਾਰ ਸੀ ਜਨਤਾ ਨੂੰ ਨਾ ਸੰਭਾਲਦੇ, ਤੇ ਜਨਤਾ ਅੱਧੀ ਕਰੋਨਾ ਤੇ ਅੱਧੀ ਭੁੱਖ ਨਾਲ ਹੀ ਮਰ ਜਾਂਦੀ। ਕਹੋ ਸਤਨਾਮ ਸੀ। ਔਰ ਇਹ ਗੁਰੂ ਨਾਨਕ ਜੀ ਦੀ ਕਿਰਪਾ ਹੈ। ਔਰ ਫਿਰ ਉਹਨਾਂ ਸਾਰੇ ਦੇਸ਼ਾਂ ਦੇ ਰਾਸ਼ਟਰਪਤੀਆਂ ਨੇ, ਰਾਜਿਆਂ ਨੇ, ਮੰਤਰੀਆਂ ਨੇ ਕੀ ਕਿਹਾ ਕਿ ਯਾਰ ਗੁਰੂ ਘਰ ਤਾਂ ਸਾਰੇ ਦੇਸ਼ਾਂ 'ਚ ਹੋਣੇ ਚਾਹੀਦੇ ਆ। ਤਾਂ ਹੋ ਗਿਆ ਨਾ ਖਾਲਸਾ ਰਾਜ। ਭਾਵ ਜਿੱਥੇ ਸਾਰੇ ਦੇਸ਼ਾਂ ਦਾ ਆਪੋ ਆਪਣਾ ਝੰਡਾ ਝੁੱਲਦਾ ਹੈ, ਉੱਥੇ ਖਾਲਸੇ ਦਾ ਨਿਸ਼ਾਨ ਵੀ ਝੁੱਲਦਾ ਹੈ। ਕਹੋ ਸਤਨਾਮ ਸ੍ਰੀ। ਇਹ ਖਾਲਸਾ ਰਾਜ ਹੀ ਆ, ਨਹੀਂ ਤਾਂ ਹੋਰ ਕੀ ਹੈ। ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ। ਖੈਰ ਅੱਗੇ ਚੱਲ ਗਏ ਆਪਾਂ। ਜੇ ਗੁਰੂ ਵਾਲੇ ਨਾ ਬਣੇ ਤੇ ਸੰਸਾਰ ਬੜਾ ਭਿਆਨਕ ਹੈ। ਭਵ ਜਲ ਬਿਖਮ ਡਰਾਵਣੋ ਨਾ ਕੰਦੀ ਨਾ ਪਾਰ। ਔਰ ਸਮੁੰਦਰ ਦੇ ਤਾਂ ਇੱਕ ਪਾਸੇ ਕਿਨਾਰਾ ਆ ਜਾਊਗਾ, ਨਦੀ ਦਰਿਆ ਦੇ ਪਰਲੇ ਪਾਸੇ ਕਿਨਾਰਾ ਆ ਜਾਊਗਾ, ਉਰਲੇ ਪਾਸੇ ਕਿਨਾਰਾ ਹੈਗਾ। ਇਹ ਸੰਸਾਰ ਦਾ ਕੋਈ ਕਿਨਾਰਾ ਨਹੀਂ ਹੈਗਾ, ਇਹ ਚੋਂ ਨਿਕਲਣਾ ਬੜਾ ਔਖਾ ਹੈ। ਕਹੋ ਸਤਨਾਮ ਸੀ। ਨਾ ਕੰਦੀ ਭਾਵ ਨਾ ਕੰਧ ਕਿਨਾਰਾ ਹੈ, ਨਾ ਹੀ ਤੋਂ ਪਾਰ ਹੋਇਆ ਜਾ ਸਕਣਾ। ਤੇ ਇੱਥੋਂ ਜਿੰਨਾ ਚਿਰ ਗੁਰੂ ਵਾਲਾ ਨਹੀਂ ਬਣਦਾ, ਇੱਕ ਜੂਨ ਚੋਂ ਨਿਕਲਿਆ ਦੂਜੀ 'ਚ ਫਸ ਗਿਆ, ਇੱਕ ਲਹਿਰ ਚੋਂ ਨਿਕਲਿਆ ਦੂਜੀ 'ਚ ਫਸ ਗਿਆ। ਇਹਦੇ ਵਿੱਚ 84 ਲੱਖ ਲਹਿਰ ਹੈ। ਕਹੋ ਸਤਨਾਮ ਸ੍ਰੀ। ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਕਦੇ ਉੱਥੇ ਜੰਮ ਪਿਆ ਮਰ ਗਿਆ, ਜੰਮ ਪਿਆ ਮਰ ਗਿਆ। ਤੇ ਕਬੀਰ ਸਾਹਿਬ ਨੂੰ ਵੀ ਕਹਿਣਾ ਪਿਆ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਾ ਹੈ ਅਰ ਗਰਭ ਬਸੇਰਾ। ਪ੍ਰੀਤਮ ਜੀ ਕਹਿੰਦੇ ਸਿੱਖਾ ਆ ਗੁਰੂ ਦੇ ਕੋਲ ਚੱਲੀਏ। ਇਹ ਸੰਸਾਰ ਬੜਾ ਡਰਾਉਣਾ ਹੈ, ਤੇ ਜਦੋਂ ਕੋਈ ਡਰਾਉਣੀ ਚੀਜ਼ ਸਾਹਮਣੇ ਆ ਜਾਵੇ ਤੇ ਬੰਦਾ ਬਚਣ ਵਾਸਤੇ ਕੋਈ ਓਟ ਆਸਰਾ ਲੱਭਦਾ ਹੈ। ਤੇ ਇਹ ਸੰਸਾਰ ਸਮੁੰਦਰ ਚੋਂ ਨਿਕਲਣ ਵਾਸਤੇ ਇੱਕੋ ਇੱਕ ਓਟ ਆਸਰਾ ਗੁਰੂ ਦੀ ਕਿਰਪਾ ਹੈ। ਭਉ ਜਲ ਬਿਖ ਮੰਡਰਾ ਬਨੋ ਨਾ ਕੰਦੀ ਨਾ ਪਾਰ, ਨਾ ਬੇੜੀ ਨਾ ਤੁਲਹੜਾ।
ਗੁਰੂ ਤੋਂ ਬਗੈਰ ਸੰਸਾਰ ਦੇ ਜਨਮ ਮਰਨ ਦੇ ਚੱਕਰ ਚੋਂ ਨਿਕਲਣ ਵਾਸਤੇ ਕੋਈ ਵੀ ਉਪਾਅ ਢੰਗ ਨਹੀਂ ਹੈਗਾ। ਭਾਵੇਂ ਕਿ ਦੁਨੀਆ ਦੇ ਵਿੱਚ ਚਲੀਆਂ ਹੋਈਆਂ ਰੀਤੀ ਰਿਵਾਜ ਹੈ ਵੀ ਚਲੋ ਉੱਥੇ ਚੱਲ ਕੇ ਆਪਾਂ ਮੁਕਤੀ ਕਰਾਈਏ ਆਪਣੇ ਮਰੇ ਹੋਏ ਦੀ, ਪਰ ਕੀ ਪਤਾ ਕਿੱਧਰ ਨੂੰ ਗਿਆ। ਉਹ ਤਾਂ ਬ੍ਰਾਹਮਣਾਂ ਦੇ ਬਣਾਏ ਹੋਏ ਰੀਤੀ ਰਿਵਾਜ ਹਨ ਸੰਸਾਰ ਨੂੰ ਲੁੱਟਣ ਦੇ ਵਾਸਤੇ। ਅਸਲ ਦੇ ਵਿੱਚ ਤਾਂ ਜਦੋਂ ਮਨੁੱਖ ਸ਼ਬਦ ਨਾਲ ਜੁੜਦਾ ਹੈ, ਜਿਉਂਦਾ ਹੀ ਮੁਕਤ ਹੋ ਜਾਂਦਾ ਹੈ ਤੇ ਮਰਨ ਤੋਂ ਬਾਅਦ ਵੀ ਸ਼ਬਦ ਵਿੱਚ ਸਮਾ ਜਾਂਦਾ। ਫਿਰ ਦੂਜਾ ਸਰੀਰ ਨਹੀਂ ਚੱਕਦਾ, ਨਾ ਠੂਹੇ ਦਾ, ਨਾ ਕਿੱਲੀ ਦਾ, ਨਾ ਬਿੱਲੀ ਦਾ, ਨਾ ਸੱਪ ਦਾ, ਕੋਈ ਜਨਮ ਨਹੀਂ ਚੱਕਦਾ। ਚੱਕਦਾ ਕਦੋਂ ਹੈ? ਅੰਤ ਕਾਲ ਜੇ ਲక్ష్ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਬਲ ਬਲ ਉਤਰੇ। ਉਦੋਂ ਸੱਪ ਬਣਦਾ ਜਦੋਂ ਮਰਦਾ ਹੋਇਆ ਕਹਿੰਦਾ ਹਾਏ ਮੈਂ ਤਾਂ ਮਾਇਆ ਇਕੱਠੀ ਕੀਤੀ ਸੀ, ਮੇਰੀ ਮਾਇਆ ਦਾ ਕੀ ਬਣੂਗਾ। ਆ ਜਿਹੜੇ ਲੋਕ ਹੁਣ ਜੱਫੇ ਪਾਉਂਦੇ ਆ ਮਾਇਆ ਨੂੰ, ਇਹ ਸਾਰੇ ਸੱਪ ਬਣਨਗੇ। ਕੋ ਸਤਨਾਮ ਸਿੰਘ ਬਾਣੀ ਦਾ ਗੁਰੂ ਪਿਆਰਿਓ ਇਹ ਫੈਸਲਾ ਹੈ ਕਿ ਅੰਤ ਕਾਲ ਜੇ ਲక్ష్ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਬਲ ਬਲ ਉਤਰੇ। ਬਾਰ ਬਾਰ ਉਹ ਸੱਪ ਦੀ ਜੋਨ ਵਿੱਚ ਜਾਣਗੇ। ਪਰਮੇਸ਼ਰ ਕਹਿੰਦੇ ਚੰਗਾ ਭਾਈ ਜੇ ਤੂੰ ਮਾਇਆ ਸੰਭਾਲਣੀ ਹੈ ਨਾ, ਜਾਂ ਖਜ਼ਾਨਿਆਂ ਦੇ ਵਿੱਚ ਜਾ ਕੇ ਸੱਪ ਬਣ ਕੇ ਬਹਿ ਜਾ, ਕੋਈ ਨੇੜੇ ਨਹੀਂ ਆਊਗਾ। ਜਿੱਥੇ ਸੱਪ ਰਹਿੰਦਾ ਦੁਨੀਆ ਡਰਦੀ ਆ ਨੇੜੇ ਜਾਣ ਤੋਂ, ਭਾਵੇਂ ਉੱਥੇ 16 ਹੀਰੇ ਜਵਾਹਰਾਤ ਕਿਉਂ ਨਾ ਪਏ ਹੋਣ, ਡਰਦੀ ਆ ਲੋਕ। ਜਾਂ ਤਾਂ ਸੱਪ ਨੂੰ ਮਾਰਨਗੇ ਫੇਰ ਚੱਕਣਗੇ, ਤੇ ਜਾਂ ਫਿਰ ਨੇੜੇ ਨਹੀਂ ਜਾਣਗੇ। ਇਸ ਕਰਕੇ ਇਹ ਮਨੁੱਖਾ ਜੀਵਨ ਹੈ ਪਰਮੇਸ਼ਰ ਵਿੱਚ ਮਿਲਣ ਲਈ ਤੇ ਟੇਢੀਆਂ ਜੂਨਾਂ ਤੋਂ ਬਚਣ ਲਈ ਲੋੜ ਹੈ ਸ਼ਬਦ ਗੁਰੂ ਨਾਲ ਜੁੜਨ ਦੀ, ਗੁਰੂ ਦੇ ਗਿਆਨ ਨੂੰ ਗ੍ਰਹਿਣ ਕਰਨ ਦੀ। ਪ੍ਰੀਤਮ ਜੀ ਕਹਿੰਦੇ ਨਾ ਬੇੜੀ ਨਾ ਤੁਰਾਲਾ, ਹੋਰ ਕੋਈ ਢੰਗ ਨਹੀਂ ਆ ਨਿਕਲਣਾ, ਕੋਈ ਉਪਾਅ ਨਹੀਂ ਹੈ। ਨਾ ਤਿਸ ਵੰਝ ਮਲਾਰ, ਕੋਈ ਬੰਝੀ ਨਹੀਂ ਹੈ, ਕੋਈ ਬੇੜਾ ਨਹੀਂ ਹੈ, ਕੋਈ ਮਲਾਹ ਨਹੀਂ ਹੈ ਗੁਰੂ ਤੋਂ ਬਗੈਰ ਤੈਨੂੰ ਪਾਰ ਕਰਨ ਵਾਲਾ। ਯਾਦ ਕਰੋ ਉਹ ਸੈਦੇ ਦੀ ਸਾਖੀ। ਇੱਕ ਸੈਦਾ ਗੁਰੂ ਪਿਆਰਿਓ ਜਿਹੜਾ ਕਿਸ਼ਤੀ ਦੇ ਰਾਹੀਂ ਲੋਕਾਂ ਨੂੰ ਪਾਰ ਕਰਦਾ ਹੈ ਤੇ ਉਹਨਾਂ ਕੋਲੋਂ ਕਿਰਾਇਆ ਲੈ ਕੇ ਆਪਣਾ ਜੀਵਨ ਪਾਸ ਕਰਦਾ। ਤੇ ਇਹ ਸੈਦਾ ਅਨੰਦਪੁਰ ਸਾਹਿਬ ਦੇ ਨੇੜੇ ਸਤਲੁਜ ਦਰਿਆ ਵਿੱਚ ਕਿਸ਼ਤੀ ਚਲਾਉਂਦਾ ਔਰ ਇਹ ਕਦੇ ਕਦੇ ਅਰਦਾਸ ਕਰਦਾ ਸਤਿਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਗਰੀਬ ਦੀ ਕਿਸ਼ਤੀ ਚਰਨੀ ਪਾ ਦਿਓ। ਔਰ ਜਦੋਂ ਇਹ ਅਰਦਾਸਾਂ ਬੇਨਤੀਆਂ ਕਰਦਾ ਹੈ ਆਪਣੇ ਆਪ 'ਚ ਮਸਤ ਹੋ ਕੇ ਬੋਲੀ ਜਾਂਦਾ ਤੇ ਦੂਜਿਆਂ ਨੂੰ ਸੁਣ ਜਾਂਦਾ, ਨਵੀਆਂ ਬੇੜੀਆਂ ਵਾਲਿਆਂ ਨੂੰ। ਉਹ ਕਹਿੰਦੇ ਆਹੋ ਗੁਰੂ ਗੋਬਿੰਦ ਸਿੰਘ ਤੇਰੀ ਟੁੱਟੀ ਬੇੜੀ 'ਚ ਬੈਠੂਗਾ ਸਾਡੀਆਂ ਨਵੀਆਂ ਛੱਡ ਕੇ। ਇੱਦਾਂ ਦੇ ਮਜ਼ਾਕ ਵੀ ਉਹਨੂੰ ਕਰਦੇ ਆ, ਪਰ ਉਹ ਕਿਸੇ ਦੀ ਕੰਨ ਪਾਈ ਸੁਣਦਾ ਨਹੀਂਗਾ, ਆਪਣੀ ਮਸਤੀ ਵਿੱਚ ਰਹਿੰਦਾ। ਤੇ ਜਦੋਂ ਸਮਾਂ ਮਿਲਦਾ ਬੇੜੀ ਨੂੰ ਕਿੱਲੇ ਦੇ ਨਾਲ ਬੰਨ੍ਹ ਕੇ, ਕਿਨਾਰੇ ਦੇ ਵਿੱਚ ਬੇੜੀ ਪਾਣੀ 'ਚ ਖੜੀ ਰਹਿੰਦੀ ਹੈ, ਰੱਸਾ ਕਿੱਲੇ ਨਾਲ ਬੰਨ੍ਹਿਆ ਜਾਂਦਾ ਤਾਂ ਕਿ ਬੇੜੀ ਪਾਣੀ 'ਚ ਰੁੜ ਨਾ ਜਾਵੇ। ਕਿੱਲੇ ਨਾਲ ਬੰਨ੍ਹ ਕੇ ਬੇੜੀ ਨੂੰ ਬੇੜੀ ਦੇ ਵਿੱਚ ਬਹਿ ਜਾਂਦਾ, ਅਰਦਾਸਾਂ ਕਰਦਾ, ਗੁਰੂ ਗੋਬਿੰਦ ਸਿੰਘ ਕਦੇ ਗਰੀਬ ਦੀ ਬੇੜੀ ਚਰਨੀ ਪਾ ਦਿਓ। ਰੋਜ਼ ਇਹਦੀਆਂ ਅਰਦਾਸਾਂ ਜਾਂਦੀਆਂ ਤੇ ਪਾਤਸ਼ਾਹ ਨੂੰ ਖਿੱਚ ਪੈਂਦੀ ਹੈ। ਤੇ ਇੱਕ ਦਿਨ ਪਾਤਸ਼ਾਹ ਕਹਿੰਦੇ ਚੱਲ ਦਇਆ ਸਿੰਘ ਸ਼ੈਰ ਕਰਕੇ ਆਉਣੇ। ਅਨੰਦਪੁਰ ਸਾਹਿਬ ਤੋਂ ਚੱਲੇ ਕਈ ਸਿੰਘਾਂ ਦੇ ਜਥੇ ਨਾਲ, ਲਗਭਗ 20-21 ਸਿੰਘ ਨਾਲ ਲੈ ਲਏ ਤੇ ਆ ਗਏ ਸਤਲੁਜ ਦੇ ਕਿਨਾਰੇ। ਸਤਿਗੁਰ ਦੇ ਕਿਨਾਰੇ ਆ ਕੇ ਗੁਰੂ ਪਿਆਰੇ ਉਹ ਸਤਿਗੁਰੂ ਪਾਤਸ਼ਾਹ ਜੀ ਉੱਥੇ ਪਹੁੰਚ ਗਏ ਜਿੱਥੋਂ ਅਰਦਾਸ ਜਾਂਦੀ ਸੀ। ਔਰ ਕੀ ਵੇਖਦੇ ਹੈ ਕਿ ਜਿਹੜਾ ਅਰਦਾਸ ਕਰ ਰਿਹਾ ਹੈ ਉਹ ਬੇੜੀ ਦੇ ਵਿੱਚ ਬੈਠਾ ਹੈ ਚੌਕੜਾ ਮਾਰ ਕੇ ਤੇ ਅੱਖਾਂ ਬੰਦ ਕਰਕੇ, ਤੇ ਕਹਿ ਰਿਹਾ ਗੁਰੂ ਗੋਬਿੰਦ ਸਿੰਘ ਮੇਰੀ ਬੇੜੀ ਵਿੱਚ ਚਰਨ ਪਾ ਦਿਓ। ਤੇ ਗੁਰੂ ਸਾਹਿਬ ਕਿਨਾਰੇ ਤੇ ਖੜੇ ਹੈ ਤੇ ਆਵਾਜ਼ਾਂ ਮਾਰਦੇ ਆ, ਉਹ ਸੈਦਿਆ ਬੇੜੀ ਬਾਹਰ ਲੈ ਕੇ ਆ। ਜਦੋਂ ਉਹਦੇ ਕੰਨ 'ਚ ਆਵਾਜ਼ ਪਈ ਨਾ, ਉਹਨੂੰ ਧਿਆਨ ਦੇ ਵਿੱਚੋਂ ਗੁਰੂ ਸਾਹਿਬ ਦਾ ਸਰੂਪ ਦਿਖਾਈ ਦੇਣ ਲੱਗਿਆ, ਜਿਵੇਂ ਚੰਦਰਮਾ ਜਿੰਨੇ ਥਾਂ 'ਚੋਂ ਦਿਸਦਾ ਹੋਵੇ। ਉਹ ਤਾਂ ਹੋਰ ਵੀ ਮਗਨ ਹੋ ਗਿਆ ਉੱਠਣ ਦੀ ਬਜਾਏ। ਗੁਰੂ ਸਾਹਿਬ ਕਹਿੰਦੇ ਓਏ ਮੈਂ ਤਾਂ ਕਿਨਾਰੇ ਤੇ ਖੜਾ, ਤੂੰ ਬੇੜੀ ਤਾਂ ਲੈ ਕੇ ਆ। ਪਰ ਕਿੱਥੇ ਉੱਠੇ ਉਹ ਤਾਂ ਹੋਰ ਵੀ ਮਸਤ ਹੋ ਗਿਆ ਆਵਾਜ਼ਾਂ ਸੁਣ ਕੇ। ਤੇ ਗੁਰੂ ਪਿਆਰੋ ਸਤਿਗੁਰਾਂ ਨੂੰ ਧਿਆਨ ਜੋੜ ਕੇ ਉਹਦੇ ਅੰਦਰ ਜਾ ਕੇ ਉਹਨੂੰ ਜਗਾਉਣਾ ਪਿਆ। ਕਹਿੰਦੇ ਸੈਦਿਆ ਅੱਖਾਂ ਖੋਲ, ਮੈਂ ਤੇਰੇ ਕੋਲੇ ਖੜਾ, ਕਹੋ ਸਤਨਾਮ ਸ੍ਰੀ। ਜਦ ਉਹਨੇ ਅੱਖਾਂ ਖੋਲ ਕੇ ਦੇਖਿਆ ਤੇ ਗੁਰੂ ਸਾਹਿਬ ਜਥੇ ਦੇ ਨਾਲ ਕਿਨਾਰੇ ਤੇ ਖੜੇ ਆ। ਬੇੜੀ ਤੋਂ ਬਾਹਰ ਆਇਆ, ਨਮਸਕਾਰ ਕੀਤੀ, ਚਰਨੀ ਪਿਆ। ਵਾਹ ਮਹਾਰਾਜ ਬੜੀ ਕਿਰਪਾ ਕੀਤੀ, ਅੱਜ ਤਾਂ ਲੱਗਦਾ ਮੇਰੀ ਅਰਦਾਸ ਸੁਣੀ ਗਈ। ਮਹਾਰਾਜ ਕਹਿੰਦੇ ਰੋਜ਼ ਹੀ ਸੁਣਦੇ ਹੀ ਸੈਦਿਆ, ਵਾ ਟਾਈਮ ਹੀ ਅੱਜ ਲੱਗਿਆ, ਲਿਆ ਤੂੰ ਬੇੜੀ ਉਹਦੇ ਲੈ ਕੇ ਆ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੇੜੀ ਵਿੱਚ ਬੈਠ ਗਏ, ਜਥੇ ਨੂੰ ਬਿਠਾ ਲਿਆ।
ਔਰ ਬਿਠਾ ਕਰਕੇ ਕਹਿੰਦੇ ਚੱਲ ਵੀ ਹੁਣ ਪਾਰ ਲੈ ਚੱਲ। ਤੇ ਸੈਦਾ ਕਹਿੰਦੇ ਬੇੜੀ ਨੂੰ ਘੁਮਾਉਂਦਾ ਹੋਇਆ ਦਰਿਆ ਦੇ ਵਿੱਚ ਹੀ ਕਦੇ ਉੱਧਰ ਲੈ ਜਾਂਦਾ, ਕਦੇ ਉੱਧਰ ਲੈ ਜਾਂਦਾ, ਪਰਲੇ ਕਿਨਾਰੇ ਲੈ ਕੇ ਜਾਂਦਾ। ਪਾਤਸ਼ਾਹ ਵੀ ਪਤਾ ਪਾਤਸ਼ਾਹ ਨੂੰ ਕਿ ਮਸਤੀ ਵਿੱਚ ਹੈ, ਹੁਣ ਇਹ ਆਨੰਦ ਵਿੱਚ ਹੈ। ਪਾਤਸ਼ਾਹ ਕਹਿੰਦੇ ਸੈਦਿਆ ਪਾਰ ਤਾਂ ਲਾ ਦੇ ਹੁਣ। ਕਹਿੰਦੇ ਮਹਾਰਾਜ ਐ ਕਿਵੇਂ ਪਾਰ ਲਾ ਦੇ? ਹਜੇ ਤਾਂ ਮੈਂ ਦਰਸ਼ਨ ਕਰ ਕਰਕੇ ਰੱਜਿਆ ਨੀ ਗਾ। ਜੇ ਮੈਂ ਕਿਸ਼ਤੀ ਪਰਲੇ ਪਾਸੇ ਲੈ ਗਿਆ ਤੁਸੀਂ ਉਤਰ ਕੇ ਚਲੇ ਜਾਣਾ। ਪਾਤਸ਼ਾਹ ਕਹਿੰਦੇ ਤੇਰੀ ਮੌਜ ਹੈ। ਉਹਨੇ ਖੂਬ ਮਸਤੀ ਦੇ ਵਿੱਚ ਕਾਫੀ ਸਮਾਂ ਪਾਤਸ਼ਾਹ ਨੂੰ ਦਰਿਆ ਵਿੱਚ ਸੈਰ ਕਰਾਈ, ਦਰਸ਼ਨ ਕੀਤੇ, ਖੁੱਲੇ, ਘੁੰਮਦਾ ਰਿਹਾ। ਅਖੀਰ ਕਿਨਾਰੇ ਤੇ ਲਾ ਕੇ ਕਿਸ਼ਤੀ ਪਾਤਸ਼ਾਹ ਜੀ ਨੂੰ ਉਤਾਰਨਾ ਕੀਤਾ ਹੈ। ਤੇ ਪਾਤਸ਼ਾਹ ਕਹਿੰਦੇ ਦਇਆ ਸਿੰਘ ਆ ਇੱਕ ਥੈਲੀ ਮੋਹਰਾਂ ਦੀ ਦੇ ਦੇ ਸੈਦੇ ਨੂੰ, ਗਰੀਬੀ ਦੂਰ ਕਰ ਦੇ। ਤੇ ਸੈਦਾ ਪਤਾ ਕੀ ਕਹਿੰਦਾ ਅੱਗੋਂ? ਕਹਿੰਦਾ ਰਹਿਣ ਦਿਓ ਮਹਾਰਾਜ, ਮਲਾਹਾਂ ਤੋਂ ਮਲਾਹ ਕਿਤੇ ਕਿਰਾਇਆ ਲੈਂਦੇ ਆ। ਉਹ ਜਿਹੜੇ ਸਿੱਖ ਸੀਗੇ ਉਹਨਾਂ ਨੇ ਜਦ ਇਹ ਗੱਲ ਸੁਣੀ ਸੋਚਿਆ ਵੀ ਯਾਰ ਗੁਰੂ ਸਾਹਿਬ ਨੂੰ ਮਲਾਹ ਕਹੀ ਜਾਂਦਾ, ਆਪਦੇ ਵਰਗਾ ਸਮਝਦਾ। ਉਹ ਟੇਢੇ ਦੇ ਝਾਕੇ ਪਾਤਸ਼ਾਹ ਕਹਿੰਦੇ ਗੱਲ ਸਮਝੋ ਪਹਿਲਾਂ। ਹਾਂ ਵੀ ਕੀ ਕਿਹਾ ਤੂੰ? ਮਹਾਰਾਜ ਤੁਸੀਂ ਵੀ ਮਲਾਹ ਤੇ ਮੈਂ ਵੀ ਮਲਾਹ। ਤੇ ਇੱਕ ਰੀਤ ਹੈ ਕਿ ਜਿਹੋ ਜਿਹਾ ਕੰਮ ਹੋਵੇ ਉਹੋ ਜਿਹੇ ਕੰਮ ਵਾਲੇ ਤੋਂ ਬੰਦਾ ਖਰਚਾ ਨਹੀਂ ਲੈਂਦਾ। ਕਹੋ ਸਤਨਾਮ ਸ੍ਰੀ। ਤੁਸੀਂ ਵੀ ਮਲਾਹ ਤੇ ਮੈਂ ਵੀ ਮਲਾਹ। ਤੇ ਅੱਜ ਤੁਸੀਂ ਇਸ ਦਰਿਆ ਦੇ ਕਿਨਾਰੇ ਆਏ ਤੇ ਮੈਂ ਤੁਹਾਨੂੰ ਪਾਰ ਲਾ ਦਿੱਤਾ ਜਾਂ ਸੈਰ ਕਰਾ ਦਿੱਤੀ। ਕੱਲ ਨੂੰ ਮੈਂ ਵੀ ਤੁਹਾਡੇ ਕਿਨਾਰੇ ਤੇ ਆਉਣਾ। ਮਹਾਰਾਜ ਕਿਰਪਾ ਕਰਕੇ ਬਸ ਮੈਨੂੰ ਨਾ ਸੰਸਾਰ ਸਮੁੰਦਰ ਚੋਂ ਪਾਰ ਲਾ ਦਿਓ, ਇੰਨਾ ਹੀ ਬਹੁਤ ਆ। ਤੇ ਪਾਤਸ਼ਾਹ ਜੀ ਨੇ ਫੜ ਕੇ ਸੈਦੇ ਨੂੰ ਛਾਤੀ ਨਾਲ ਲਾ ਲਿਆ, ਘੁੱਟ ਕੇ ਗਲਵੱਕੜੀ ਚ ਪਾਇਆ। ਕਹਿੰਦੇ ਉਹ ਸੈਦਿਆ ਤੂੰ ਕੱਲਾ ਆ, ਤੂੰ ਮੇਰੇ ਨਾਲ 20-21 ਸਿੰਘਾਂ ਨੂੰ ਵੀ ਸੈਰ ਕਰਾਈ ਆ, ਪਾਰ ਲਾਇਆ ਹੈ। ਤੈਨੂੰ ਕੱਲੇ ਨੂੰ ਨਹੀਂ, ਤੇਰੀਆਂ 21 ਕੁੱਲਾਂ ਨੂੰ ਪਾਰ ਲਾਵਾਂਗੇ। ਕਹੋ ਸਤਨਾਮ ਸ੍ਰੀ। ਤੈਨੂੰ ਕੱਲੇ ਨੂੰ ਨਹੀਂ, ਤੇਰੀਆਂ 21 ਕੁੱਲਾਂ ਦਾ ਉਧਾਰ ਕਰਾਂਗੇ। ਇਹ 21 ਦਾ ਮਤਲਬ ਕਿਉਂ ਆਇਆ ਵਿੱਚ? ਕਿਉਂਕਿ ਇੱਕ ਮਨੁੱਖ ਦੀ 3 ਥਾਵਾਂ ਦੇ ਉੱਤੇ ਸੰਬੰਧ ਹੁੰਦਾ। ਇੱਕ ਤਾਂ ਜਿੱਥੋਂ ਮਾਂ ਪਿਓ ਮਿਲੇ ਆ ਉੱਥੇ ਇਹਦਾ ਜਨਮ ਹੋਇਆ, ਪੇਕੇ ਕਹਿ ਦਿਓ ਉਸ ਨੂੰ। ਫਿਰ ਦੂਸਰਾ ਸਹੁਰਾ ਘਰ, ਜਿੱਥੋਂ ਪਤਨੀ ਜਾਂ ਪਤੀ ਮਿਲਿਆ, ਚਾਹੇ ਉਹ ਲੜਕੀ ਹੋਵੇ ਜਾਂ ਲੜਕਾ ਹੋਵੇ, ਸਹੁਰੇ ਘਰ ਨਾਲ ਸੰਬੰਧ ਹੈ। ਤੇ ਤੀਸਰਾ ਨਾਨਕੇ ਘਰ ਨਾਲ ਸੰਬੰਧ ਹੈ, ਜਿੱਥੋਂ ਮਾਂ ਮਿਲੀ। ਮਾਂ ਨਾਨਕਿਆਂ ਤੋਂ ਮਿਲੀ, ਪਿਓ ਦਾਦਕਿਆਂ ਤੋਂ ਮਿਲਿਆ, ਤੇ ਪਤਨੀ ਸਹੁਰਿਆਂ ਤੋਂ ਮਿਲੀ ਜਾਂ ਪਤੀ ਸਹੁਰਿਆਂ ਤੋਂ ਮਿਲਿਆ। ਇਹਨਾਂ 3 ਥਾਵਾਂ ਤੇ ਜਿਹੜਾ ਸੰਬੰਧ ਹੈ ਹਰੇਕ ਮਨੁੱਖ ਜਾਂ ਇਸਤਰੀ ਦਾ, ਤਾਂ ਗੁਰੂ ਪਿਆਰਿਓ ਇਹਨਾਂ 3 ਥਾਵਾਂ ਦੀਆਂ 7-7 ਕੁੱਲਾਂ ਦਾ ਉਧਾਰ ਗੁਰੂ ਕਰਦਾ ਹੈ। ਜਿਵੇਂ ਇੱਕ ਬਲਬ ਦੇ ਕੋਲੇ ਰੋਸ਼ਨੀ ਆ ਨਾ, 4 ਚੁਫੇਰੇ ਇੱਕੋ ਜੀ ਪੈਂਦੀ ਆ, ਇਸੇ ਤਰ੍ਹਾਂ ਹੀ ਭਜਨ ਬੰਦਗੀ ਕਰਨ ਵਾਲਾ ਘਰ ਦਾ ਇੱਕ ਮੈਂਬਰ, ਚਾਹੇ ਲੜਕੀ ਹੋਵੇ ਜਾਂ ਲੜਕਾ ਹੋਵੇ, ਜੇ ਉਹ ਨਾਮ ਜਪਦਾ ਤੇ ਉਹਦੀਆਂ 21 ਕੁੱਲਾਂ ਕਰਦੀਆਂ। ਸਤਨਾਮ ਸ੍ਰੀ। 21 ਕੁੱਲਾਂ ਦਾ ਉਧਾਰ ਹੁੰਦਾ। ਤਾਂ ਮੇਰੇ ਪ੍ਰੀਤਮ ਜੀ ਕਹਿੰਦੇ ਸੈਦਿਆ ਤੈਨੂੰ ਕੱਲੇ ਨੂੰ ਨਹੀਂ, ਤੇਰੀਆਂ 21 ਕੁੱਲਾਂ ਦਾ ਉਧਾਰ ਕਰਾਂਗੇ। ਖੈਰ ਆਪਾਂ ਅੱਗੇ ਸ਼ਬਦ ਪੜ੍ਹੀਏ। ਗੁਰੂ ਤੋਂ ਬਗੈਰ ਨਾ ਬੇੜੀ ਨਾ ਤੁਲਹੜਾ, ਨਾ ਤਿਸ ਵੰਝ ਮਲਾਰ। ਸਤਿਗੁਰ ਭੈਕਾ ਬੋਹਿਥ, ਨਦਰੀ ਪਾਰੀ ਉਤਾਰ। ਇਹ ਜਿਹੜਾ ਭਉ ਜਲ ਹੈ, ਜਿਹੜਾ ਡਰਾਂ ਦਾ ਸਾਗਰ ਹੈ, ਇਹਨਾਂ ਡਰਾਂ ਨੂੰ ਕੇਵਲ ਤੇ ਕੇਵਲ ਗੁਰੂ ਦਾ ਬੇੜਾ ਹੀ ਪਾਰ ਕਰ ਸਕਦਾ, ਇਹਨਾਂ ਡਰਾਂ ਚੋਂ ਕੱਢ ਸਕਦਾ। ਇੱਕ ਤਿਲ ਤਿਆ ਪਿਆਰਾ ਵਿਸਰੈ, ਦੁੱਖ ਲਾਗੈ ਸੁਖ ਜਾਏ। ਤੇ ਗੁਰੂ ਪਿਆਰਿਓ ਜਦੋਂ ਕਿਸੇ ਨੂੰ ਇਹ ਮਿਲਾਪ ਹੋ ਜਾਵੇ, ਫਿਰ ਤਿਲ ਜਿੰਨਾ ਸਮਾਂ, ਸਕਿੰਟ ਜਿੰਨਾ ਸਮਾਂ, ਪਲ ਜਿੰਨਾ ਸਮਾਂ ਬੀਜੇ, ਮਾਲਕ ਵਿਸਰ ਜਾਵੇ ਤੇ ਕਿੰਨਾ ਦੁੱਖ ਲੱਗਦਾ ਹੈ, ਉਹਦਾ ਕੋਈ ਅੰਤ ਨਹੀਂ ਹੈ। ਸੁੱਖਾਂ ਦਾ ਖਾਤਮਾ ਹੋ ਜਾਂਦਾ ਹੈ, ਦੁੱਖ ਲੱਗਦੇ ਹਨ। ਤੇ ਕਿੰਨਾ ਦੁੱਖ ਲੱਗਦਾ ਫਿਰ ਉਹ ਗੁਰੂ ਅਰਜਨ ਦੇਵ ਜੀ ਨੂੰ ਪੁੱਛ ਲਓ। ਜਦੋਂ ਉਹਨਾਂ ਨੂੰ ਕੁਝ ਸਮਾਂ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਤੋਂ ਦੂਰ ਰਹਿਣਾ ਪਿਆ, ਜਦ ਨਾ ਰਹਿ ਸਕੇ ਤੇ ਫਿਰ ਉਹ ਚਿੱਠੀ ਪਾਉਂਦੇ ਐ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ। ਤ੍ਰਿਖਾ ਨਾ ਉਤਰੇ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਉ ਘੋਲੀ ਜੀਓ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀ। ਇਸ ਕਰਕੇ ਗੁਰੂ ਕਿਰਪਾ ਕਰਨ। ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ ਕਿ ਜਦੋਂ ਇਹ ਸਿੱਖ
ਗੁਰੂ ਨਾਲ ਜੁੜਦਾ ਹੈ ਤੇ ਗੁਰੂ ਇਸ ਦੇ ਸਾਰੇ ਡਰਾਂ ਨੂੰ ਖਤਮ ਕਰਕੇ ਇਸ ਭਵ ਸਾਗਰ ਚੋਂ, ਇਸ ਭੌਜਲ ਚੋਂ ਪਾਰ ਲਾ ਦਿੰਦਾ ਹੈ ਕਿਰਪਾ ਦ੍ਰਿਸ਼ਟੀ ਨਾਲ। ਗੁਰੂ ਦੀ ਨਜ਼ਰ ਹੀ ਬੇੜੀ ਬਣਦੀ ਹੈ ਸਿੱਖ ਦੀ। ਨਾਨਕ ਨਦਰੀ ਨਜ਼ਰ ਨਿਹਾਲ ਕਰ ਦਿੰਦਾ ਹੈ। ਪ੍ਰੀਤਮ ਜੀ ਕਹਿੰਦੇ ਜੇਵਾ ਜਲਿਓ ਜਲਾਵਣੀ ਨਾਮ ਨ ਜਪੈ ਰਸਾਏ। ਜਿਹੜੇ ਨਾਮ ਨਹੀਂ ਜਪ ਸਕਦੇ ਉਹ ਸੜ ਜਾਵੇ ਜੀਵ ਉਹਨਾਂ ਦੀ। ਜਿਹੜੀ ਜੀਵ ਵਾਹਿਗੁਰੂ ਨਹੀਂ ਕਹਿ ਸਕਦੀ ਸੜ ਜਾਵੇ, ਜਲ ਜਾਵੇ। ਪ੍ਰੀਤਮ ਦਾ ਇੱਕ ਬਚਨ ਹੈ ਸਵਈਆਂ ਦੇ ਵਿੱਚ, ਰਸਨਾ ਜਪੈ ਨ ਨਾਮ ਤਿਲ ਤਿਲ ਕਰ ਕੱਟੀ ਹੈ। ਜੇ ਰਸਨਾ ਨਾਮ ਨਹੀਂ ਜਪਦੀ, ਕੰਨ ਨਾਮ ਨਹੀਂ ਸੁਣਦੇ, ਨੇਤਰ ਦਰਸ਼ਨ ਨਹੀਂ ਕਰਦੇ ਤਾਂ ਇਹ ਬੰਦ ਹੋ ਜਾਣ, ਕੰਨਾਂ 'ਚ ਮੋਂਦੇ ਲੱਗ ਜਾਣ, ਅੱਖਾਂ ਬੰਦ ਹੋ ਜਾਣ, ਜੀਵਾ ਕੱਟੀ ਜਾਵੇ ਉਸ ਮਨੁੱਖ ਦੀ, ਉਸ ਇਸਤਰੀ ਦੀ ਜਿਹੜਾ ਉੱਠ ਕੇ ਵਾਹਿਗੁਰੂ ਦਾ ਧੰਨਵਾਦ ਨਹੀਂ ਕਰ ਸਕਦਾ। ਜੇਵਾ ਜਲੋ ਜਲਾਵਨੀ, ਜਲ ਜਾ ਸੇਵਾ ਤੋਂ। ਤੂੰ ਸਵਾਦਾਂ ਦੇ ਨਾਲ ਮੈਨੂੰ ਸਾੜ ਰਹੀ ਹੈ। ਅਜੀਬ ਦੇ ਸਵਾਦਾਂ ਕਰਕੇ ਬੰਦਾ ਤਲੀਆਂ ਚੀਜ਼ਾਂ ਖਾਂਦਾ ਨਾ, ਫਿਰ ਉਹਨਾਂ ਤਲੀਆਂ ਚੀਜ਼ਾਂ ਤੋਂ ਕਈਆਂ ਦੇ ਅੰਦਰ ਤੇਜ਼ਾਬ ਬਣਨ ਲੱਗ ਜਾਂਦਾ, ਅੰਦਰ ਸਾੜ ਪੈਂਦਾ। ਤੇ ਕਿਹਨੇ ਸਾੜਤਾ? ਜੀਵ ਨੇ। ਉਹ ਸਤਨਾਮ ਜਲੇ ਇਹੋ ਜਿਹੀ ਜੀਵ ਜਿਹੜੀ ਮੈਨੂੰ ਸਾੜਦੀ ਆ। ਜੇਵਾ ਜਲਿਓ ਜਲਾਵਨੀ ਰਸਨਾ ਜਪੈ ਨ ਨਾਮ ਤਿਲ ਤਿਲ ਕਰ ਕੱਟੀਐ। ਹਰ ਹਾਂ ਜੋ ਵਿਸਰੈ ਗੋਬਿੰਦ ਰਾਏ ਦਿਨੋਂ ਦਿਨ ਘਟੀਐ। ਜਦੋਂ ਮਾਲਕ ਵਿਸਰ ਜਾਂਦਾ ਤੇ ਸਾਡਾ ਜੀਵਨ ਖਾਤਮੇ ਵੱਲ ਚਲਿਆ ਜਾਂਦਾ। ਇੱਕ ਤਿਲ ਪਿਆਰਾ ਵਿਸਰੈ ਦੁੱਖ ਲਾਗੈ ਸੁਖ ਜਾਏ। ਜੇਵਾ ਜਲੋ ਜਲਾਵਨੀ ਨਾਮ ਨ ਜਪੈ ਰਸਾਏ। ਜਿਹੜੀ ਨਾਮ ਦਾ ਰਸ ਨਹੀਂ ਲੈ ਸਕਦੀ, ਸੰਸਾਰ ਦੇ ਰਸ ਲੈਂਦੀ ਹੈ ਪਰ ਨਾਮ ਦਾ ਰਸ ਲੈਣਾ ਬੜਾ ਔਖਾ ਲੱਗਦਾ ਇਸ ਨੂੰ। ਘਟ ਬਿਨਸੈ ਦੁੱਖ ਅਗਲੋ। ਜਦੋਂ ਇਹ ਸਰੀਰ ਰੂਪੀ ਘੜਾ ਟੁੱਟ ਜਾਂਦਾ ਹੈ, ਭਾਵ ਜਦੋਂ ਇਸ ਰੂਹ ਨੂੰ ਸਰੀਰ ਚੋਂ ਨਿਕਲਣਾ ਪੈਂਦਾ, ਕਿਉਂਕਿ ਸਰੀਰ ਸਦਾ ਤਾਂ ਰਹਿ ਨਹੀਂ ਸਕਦੇ, ਇੱਕ ਦਿਨ ਤਾਂ ਇਹ ਕਿਰਾਏ ਦਾ ਮਕਾਨ ਛੱਡਣਾ ਹੀ ਪੈਣਾ। ਉਹ ਸਮੇਂ ਵਾਸਤੇ ਦਿੱਤਾ, ਸਾਨੂੰ ਇਹ ਨਹੀਂ ਪਤਾ ਵੀ ਸਮਾਂ ਕਿੰਨਾ ਹੈ। ਚਾਨ ਚਾਕੀ ਹੁਕਮ ਆਉਂਦਾ, ਚੱਲ ਬਈ ਛੱਡ ਇਸ ਘਰ ਨੂੰ, ਹੁਣ ਨਿਕਲ ਬਾਹਰ। ਜਿਤ ਦਿਹਾੜੇ ਧਨ ਬਰੀ ਸਾਹੇ ਲਏ ਲਿਖਾਏ। ਮਲਕ ਜੇ ਕੰਨੀ ਸੁਣੀਦਾ ਮੋਹ ਦਿਖਾਲੇ ਆਏ। ਜਿੰਦ ਨੇ ਬਾਣੀ ਕੱਢੀਐ ਹੱਡਾ ਕੂ ਕੜਕਾਏ। ਸਾਹੇ ਲਿਖੇ ਨ ਚੱਲਣੀ ਜਿੰਦੋ ਕੂ ਸਮਝਾਏ। ਜਿੰਦ ਵਾਹੋਟੀ ਮਰਨ ਵਰ ਲੈ ਜਾਸੀ ਪਰਨਾਏ। ਇੱਕ ਦਿਨ ਮੌਤ ਇਹਨੂੰ ਵਿਆਹ ਕੇ ਲੈ ਜਾਵੇਗੀ, ਘਰੋਂ ਕੱਢ ਕੇ ਲੈ ਜਾਵੇਗੀ, ਜਿਵੇਂ ਕੋਈ ਲੜਕਾ ਲੜਕੀ ਨੂੰ ਵਿਆਹ ਕੇ ਲੈ ਜਾਂਦਾ। ਕੋ ਸਤਨਾਮ। ਪ੍ਰੀਤਮ ਜੀ ਕਹਿੰਦੇ ਘਟ ਬਿਨਸੈ ਦੁੱਖ ਅਗਲੋ। ਜਦੋਂ ਇਹ ਸਾਡਾ ਸਰੀਰ ਰੂਪੀ ਘੜਾ ਟੁੱਟ ਗਿਆ, ਜੇ ਸਰੀਰ ਰੂਪੀ ਘਟ ਕਹਿੰਦੀ ਆ ਘੜੇ ਨੂੰ, ਇਹ ਟੁੱਟ ਗਿਆ, ਫਿਰ ਜਮਾਂ ਦੇ ਵਸ ਪੈਣਾ ਇਸ ਨੇ। ਬਿਨ ਆਵੇ ਘਟ ਬਿਨਸੈ ਦੁੱਖ ਅਗਲੋ। ਜਮ ਪਕੜੈ ਪਛਤਾਏ। ਫਿਰ ਜਮਾਂ ਦੇ ਪੱਲੇ ਪੈਂਦੇ ਆ ਤੇ ਫਿਰ ਪਛਤਾਉਂਦੇ ਆ ਕਿ ਮੈਂ ਮਨੁੱਖਾ ਜੀਵਨ 'ਚ ਰਹਿੰਦਿਆਂ ਹੋਇਆਂ ਨਾਮ ਕਿਉਂ ਨਾ ਜਪਿਆ, ਮੈਂ ਮਾਨਸ ਜਾਮੇ 'ਚ ਰਹਿੰਦਿਆਂ ਹੋਇਆਂ ਗੁਰੂ ਨੂੰ ਕਿਉਂ ਨਾ ਮਿਲਿਆ। ਸਤਿਗੁਰ ਪੂਰਾ ਜੇ ਮਿਲੇ ਪਾਈਆ ਰਤਨ ਵਿਚਾਰ। ਜੇ ਪੂਰਾ ਗੁਰੂ ਮਿਲੇ ਤਾਂ ਮੈਂ ਗੁਰੂ ਦੇ ਕੋਲੋਂ ਗਿਆਨ ਰੂਪੀ ਹੀਰਾ ਲੈ ਕੇ ਹੀਰੇ ਦੇ ਰਾਹੀਂ ਉਸ ਹੀਰੇ ਨੂੰ ਮਿਲਾਂ। ਹੀਰਾ ਦੇਖ ਹੀਰੇ ਕੋ ਆਦੇਸ਼। ਆਤਮਾ ਵੀ ਹੀਰਾ ਹੈ, ਗੁਰੂ ਦਾ ਉਪਦੇਸ਼ ਵੀ ਹੀਰਾ ਹੈ। ਇਸ ਹੀਰੇ ਦੀ ਲਾਈਟ ਨਾਲ ਪਰਮੇਸ਼ਰ ਹੀਰੇ ਨੂੰ ਮਿਲ ਸਕਦੇ ਹਾਂ। ਕਬੀਰ ਸਾਹਿਬ ਜੀ ਕਹਿੰਦੇ ਹੀਰਾ ਦੇਖ ਹੀਰੇ ਕੋ ਆਦੇਸ਼। ਪ੍ਰੀਤਮ ਜੀ ਅੱਗੇ ਬਖਸ਼ਿਸ਼ ਕਰਦੇ ਹਨ, ਘਟ ਬਿਨਸੈ ਦੁੱਖ ਅਗਲੋ ਜਮ ਪਕੜੈ ਪਛਤਾਏ। ਮੇਰੀ ਮੇਰੀ ਕਰ ਗਏ। ਜਿਹੜੇ ਇੱਥੇ ਸਭ ਕੁਝ ਇਕੱਠਾ ਕਰਦੇ ਰਹੇ, ਆ ਵੀ ਮੇਰਾ, ਆ ਵੀ ਮੇਰਾ, ਜਿਵੇਂ ਅੱਜ ਦੀਆਂ ਸਰਕਾਰਾਂ ਗੰਦੀਆਂ ਸੰਸਾਰ ਦੇ ਵਿੱਚ ਜਨਤਾ ਨੂੰ ਦੁੱਖ ਦੇ ਕੇ ਗੁਰੂ ਪਿਆਰਿਓ ਸਭ ਕੁਝ ਹੜੱਪਣ ਨੂੰ ਫਿਰਦੀਆਂ। ਇਹੋ ਜਿਹਾ ਹਾਲ ਕਦੇ ਰੋਮ ਦੇ ਰਾਜੇ ਕਾਰੂ ਨੇ ਵੀ ਕੀਤਾ ਸੀ। ਕਾਰੂ ਨੇ ਵੀ ਸੰਸਾਰ ਦਾ ਸਭ ਕੁਝ ਆਪਣੇ ਘਰ ਇਕੱਠਾ ਕਰ ਲਿਆ ਸੀਗਾ, ਔਰ ਸੰਸਾਰ ਭੁੱਖਾ ਮਰਦਾ ਹੋਇਆ, ਉਹਦਾ ਰੋਮ ਦੇਸ਼ ਦੇ ਲੋਕ ਭੁੱਖੇ ਮਰਦੇ ਹੋਏ ਦੂਜੇ ਦੇਸ਼ਾਂ ਨੂੰ ਤੁਰੇ ਜਾ ਰਹੇ ਸੀ ਨੌਜਵਾਨ। ਤੇ ਜਿਹੜੇ ਕਿਸਾਨ ਸੀ, ਜ਼ਿਮੀਂਦਾਰ ਸੀ,
ਉਹ ਮਰਦੇ ਜਾ ਰਹੇ ਸੀ। ਧੰਨ ਗੁਰੂ ਨਾਨਕ ਦੇਵ ਜੀ ਨੇ ਜਾ ਕੇ ਉਹਨੂੰ ਗਿਆਨ ਦਿੱਤਾ, ਓਏ ਭਲਿਆ ਤੂੰ ਕੀ ਲੈ ਕੇ ਜਾਏਗਾ ਨਾਲ? ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨਾ ਸਾਥ, ਇਹਨਾਂ ਚੋਂ ਕੁਛ ਵੀ ਤੇਰੇ ਨਾਲ ਨਹੀਂ ਜਾਣਾ। ਜਿਹੜੀ ਤੂੰ ਆ 45 ਕੰਜ ਮਾਇਆ ਜੋੜ ਕੇ ਰੱਖੀ ਇਹਦਾ ਕੀ ਕਰੇਗਾ? ਜਦੋਂ ਪਾਤਸ਼ਾਹ ਨੇ ਇੱਕ ਤਜਰਬਾ ਕਰਕੇ ਦਿਖਾਇਆ ਨਾ, ਜਾਣ ਬੁੱਝ ਕੇ ਇੱਕ ਢੇਰੀ ਜੀ ਤੇ ਬੈਠ ਕੇ ਠਿਕਰੀਆਂ ਇਕੱਠੀਆਂ ਕਰਨ ਲੱਗੇ। ਕਾਰੂ ਆ ਕਹਿੰਦਾ ਹਾਂ ਬਾਬਾ ਜੀ ਕਿਵੇਂ ਸੱਦਿਆ ਸੀ? ਪਾਤਸ਼ਾਹ ਹੱਥ ਨਾਲ ਕਹਿੰਦੇ ਠਹਿਰ। ਉਹਨੂੰ ਹੁਣ ਕਾਹਲੀ ਸੀ, ਦੂਜੀ ਤੀਜੀ ਵਾਰ ਫਿਰ ਕਹਿੰਦਾ ਦੱਸੋ ਮੈਨੂੰ ਕਿਵੇਂ ਸੱਦਿਆ? ਉਹ ਕਹਿੰਦੇ ਠਹਿਰ ਜਾ, ਮੈਂ ਠਿਕਰੀਆਂ ਇਕੱਠੀਆਂ ਕਰਨਾ। ਕਾਹਦੇ ਵਾਸਤੇ? ਕਹਿੰਦੇ ਇਹਨਾਂ ਨੂੰ ਇਕੱਠੀਆਂ ਕਰਕੇ ਮੈਂ ਦਰਗਾਹ ਨੂੰ ਲੈ ਕੇ ਜਾਵਾਂਗਾ। ਤੇ ਕਾਰੂ ਕਹਿੰਦਾ ਨਾਲ ਤਾਂ ਕੁਛ ਵੀ ਨਹੀਂ ਜਾਂਦਾ। ਤੇ ਪਾਤਸ਼ਾਹ ਭੋਲੇ ਜੇ ਬਣ ਕੇ ਕਹਿੰਦੇ ਅੱਛਾ ਭਾਈ, ਤੇ ਫਿਰ ਜਿਹੜੀ ਤੂੰ 45 ਗੰਜ ਮਾਇਆ ਜੋੜੀ ਆ ਉਹਦਾ ਕੀ ਕਰੇਗਾ? ਫਿਰ ਦਿਮਾਗ ਘੁੰਮਿਆ ਵੀ ਗੱਲ ਤਾਂ ਸਹੀ ਹੈ, ਕੱਲ ਨੂੰ ਮੈਂ ਵੀ ਮਰਨਾ, ਕਿਉਂਕਿ ਮੌਤ ਨੇ ਕਿਸੇ ਨੂੰ ਛੱਡਣਾ ਨਹੀਂ। ਤੇ ਜਦ ਮਰਦਾ ਹੋਇਆ ਪਛਤਾਏਗਾ, ਨਾਲ ਕੁਝ ਜਾਣਾ ਨਹੀਂ ਤੇ ਨਾਲ ਲਿਜਾਣ ਵਾਲਾ ਨਾਮ ਜਪਿਆ ਨਹੀਂ। ਕਹੋ ਸਤਨਾਮ ਸ੍ਰੀ, ਨਾਮ ਜਪਿਆ ਨਹੀਂ ਤੇ ਸਮਾਨ ਜਿਹੜਾ ਇਕੱਠਾ ਕੀਤਾ ਉਹ ਇੱਥੇ ਹੀ ਰਹਿ ਜਾਣਾ, ਫਿਰ ਪਛਤਾਵਾ ਹੱਥ ਆਉਣਾ। ਫਿਰ ਕਹਿੰਦਾ ਕੀ ਕਰਾਂ? ਪਾਤਸ਼ਾਹ ਕਹਿੰਦੇ ਜਿਹੜੀ ਤੂੰ ਇਹ ਮਾਇਆ ਜੋੜੀ ਹੈ ਨਾ, ਇਹ ਖਜ਼ਾਨੇ ਖੋਲ ਕੇ ਦੁਨੀਆ ਵਿੱਚ ਵੰਡਦੇ, ਇਹਨਾਂ ਦੀਆਂ ਅਸੀਸਾਂ ਲੈ ਲਾ। ਦੇਹੋ ਸਜਣ ਅਸੀਸੜੀਆਂ ਜੋ ਹੋਵੇ ਸਹਿਬ ਸਿਓ ਮੇਲ, ਇਹਨਾਂ ਦੀਆਂ ਅਸੀਸਾਂ ਤੈਨੂੰ ਪਰਮੇਸ਼ਰ ਨਾਲ ਮਿਲਾ ਸਕਦੀਆਂ, ਜਮਨ ਮਨ ਚੋਂ ਕੱਢ ਸਕਦੀਆਂ। ਫਿਰ ਕਾਰੂ ਨੇ ਆਪਣੇ ਖਜ਼ਾਨੇ ਖੋਲਤੇ ਸੀ ਔਰ ਜਨਤਾ ਵਿੱਚੋਂ ਮਾਇਆ ਵਰਤਾ ਦਿੱਤੀ, ਜਨਤਾ ਸੁਖੀ ਵਸਣ ਲੱਗੀ ਸੀ। ਇਹ ਹਾਲ ਕਦੇ ਕਦੇ ਕਿਸੇ ਕਿਸੇ ਸੰਸਾਰ ਦੇ ਦੇਸ਼ ਦੀਆਂ ਸਰਕਾਰਾਂ ਦਾ ਜਦ ਹੁੰਦਾ ਹੈ ਤੇ ਉਹ ਦੇਸ਼ ਖਾਤਮੇ ਵੱਲ ਚੱਲ ਪੈਂਦਾ। ਕੋਈ ਸਤਨਾਮ, ਪਰ ਪਰਮੇਸ਼ਰ ਫਿਰ ਆਉਂਦਾ ਹੈ, ਕੋਈ ਨਾ ਕੋਈ ਬਹਾਨਾ ਬਣਦਾ ਹੈ, ਉਹਨਾਂ ਲੋਕਾਂ ਨੂੰ ਗਿਆਨ ਦਿੰਦਾ, ਜਿਵੇਂ ਅੱਜ ਬਾਣੀ ਗਿਆਨ ਦੇ ਰਹੀ ਹੈ ਸਾਨੂੰ। ਮੇਰੀ ਮੇਰੀ ਕਰ ਗਏ ਤਨ ਧਨ ਕਲਤ ਨਾ ਸਾਥ, ਬਿਨ ਨਾਵੇ ਧਨਬਾਦ ਹੈ ਭੁੱਲੋ ਮਾਰਗ ਆਥ। ਨਾਮ ਤੋਂ ਬਗੈਰ ਜੇ ਤੂੰ ਮਾਇਆ ਸਾਰੀ ਵੀ ਘਰੇ ਇਕੱਠੀ ਕਰ ਲਵੇਂ ਕਿਸੇ ਕੰਮ ਦੀ ਨਹੀਂ। ਇੱਕ ਰਾਜਾ ਕਹਿੰਦਾ, ਕਿਸੇ ਰਿਸ਼ੀ ਨੇ ਖੁਸ਼ੀ ਵਿੱਚ ਆ ਕੇ ਕਿਹਾ ਰਾਜਾ ਸਾਹਿਬ ਮੈਂ ਬੜਾ ਖੁਸ਼ ਹਾਂ, ਮੰਗ ਲੈ ਕੁਝ। ਕਹਿੰਦਾ ਮਹਾਰਾਜਾ ਐਸੀ ਕਿਰਪਾ ਕਰੋ ਮੈਂ ਜਿਹੜੀ ਚੀਜ਼ ਨੂੰ ਹੱਥ ਲਾਵਾਂ ਉਹ ਸੋਨਾ ਬਣ ਜਾਵੇ। ਸਾਧੂ ਕਹਿੰਦਾ ਤਥਾਸਤੂ। ਸਾਧੂ ਚਲਿਆ ਗਿਆ। ਜਦੋਂ ਸ਼ਾਮਾਂ ਨੂੰ ਰਾਜਾ ਪ੍ਰਸ਼ਾਦਾ ਛਕਣ ਲੱਗਿਆ ਨਾ, ਰੋਟੀ ਦੀ ਬੁਰਕੀ ਤੋੜਨ ਲੱਗਿਆ, ਰੋਟੀ ਪੱਤਰੇ ਦੀ ਬਣ ਗਈ, ਸੋਨੇ ਦਾ ਪੱਤਰਾ ਬਣ ਗਿਆ ਰੋਟੀ। ਹੁਣ ਖਾਵੇ ਕਿਵੇਂ? ਫਲ ਫਰੂਟ ਪਿਆ ਸੀ ਉਹ ਚੱਕਣ ਲੱਗੇ, ਉਹ ਸੋਨੇ ਡਲਾ ਬਣ ਗਿਆ। ਘਬਰਾ ਗਿਆ ਰਾਜਾ, ਕੀ ਹੋ ਗਿਆ? ਰਾਜਾ ਬਾਗ 'ਚ ਗਿਆ ਪਹਿਲਾਂ, ਬਾਗ ਦੀ ਖੈਰ ਕਰਨ ਵਾਸਤੇ, ਤੇ ਜਦ ਗੁਲਾਬ ਦੇ ਫੁੱਲ ਨੂੰ ਹੱਥ ਲਾਇਆ ਉਹ ਸੋਨੇ ਦਾ ਬਣ ਗਿਆ, ਪੱਤੀਆਂ ਤਿੱਖੀਆਂ ਵੱਜਣ ਲੱਗੀਆਂ ਉਂਗਲਾਂ 'ਚ। ਘਬਰਾ ਗਿਆ ਇੰਨੀ, ਉਹਦੀ ਲੜਕੀ ਆ ਗਈ ਛੋਟੀ ਬਾਹਰੋਂ ਕਿਤੇ ਖੇਡਦੀ ਖੇਡਦੀ, ਡੈਡੀ ਡੈਡੀ ਕਰਦੀ। ਰਾਜਾ ਕਹੇ ਪਰੇ ਹੋ ਜਾ ਪਰੇ ਹੋ ਜਾ, ਹੱਥ ਨਾ ਲਾਈ ਮੈਨੂੰ। ਪਰ ਬੱਚੀ ਨੂੰ ਕੀ ਪਤਾ ਸੀ, ਉਹਨੇ ਆ ਕੇ ਜੱਫੀ ਪਾਈ, ਉਹ ਵੀ ਸੋਨੇ ਦੀ ਬਣ ਗਈ, ਬੁੱਤ ਬਣ ਗਈ। ਕੋ ਸਤਨਾਮ ਸੀ। ਰਾਜਾ ਘਬਰਾ ਗਿਆ, ਫਿਰ ਪੁਕਾਰਾ ਕਰਦਾ ਉਹ ਸਾਧੂਆ ਉਹ ਕਿੱਥੇ ਆ ਤੂੰ, ਮੈਨੂੰ ਦੁਬਾਰਾ ਆ ਕੇ ਮਿਲ, ਮੈਂ ਤਾਂ ਫਸ ਗਿਆ, ਮੈਂ ਆ ਕੀ ਕਰ ਬੈਠਾ, ਮੈਨੂੰ ਨਹੀਂ ਪਤਾ ਸੀ ਐਸਾ ਕੰਮ ਹੋ ਜਾਣਾ। ਸਾਧੂ ਨੂੰ ਆਉਣੇ ਪੈਣਾ ਸੀ, ਪਤਾ ਸੀ ਵੀ ਇਹ ਪਛਤਾਊਗਾ, ਉਸ ਤੋਂ ਬਾਅਦ ਫਿਰ ਮੈਨੂੰ ਭਾਲੂਗਾ। ਉਹ ਰਿਸ਼ੀ ਫਿਰ ਮਿਲਿਆ, ਰਾਜਾ ਕਹਿੰਦਾ ਜੀ ਬਖਸ਼ ਲੋ, ਕੀ ਹੋ ਗਿਆ? ਕਹਿੰਦਾ ਮਰਿਆ ਆਪਣਾ ਬਚਨ ਵਾਪਸ ਲੈ ਲਓ। ਕਿਉਂ? ਆਹ ਦੇਖੋ ਮੇਰੀ ਲੜਕੀ ਦੀ ਬੁੱਤ ਬਣ ਗਈ ਆ, ਆਹ ਬਾਗ ਦੀ ਖੁਸ਼ਬੂ ਖਤਮ ਹੋ ਗਈ ਆ, ਸਾਰੇ ਫੁੱਲ ਪੱਤੀਆਂ ਵੱਜਣ ਲੱਗੇ ਹਨ, ਮੈਂ ਤਾਂ ਰੋਟੀ ਵੀ ਨਹੀਂ ਖਾ ਸਕਦਾ, ਰੋਟੀ ਵੀ ਪੱਤਰਾ ਬਣ ਗਈ ਆ ਸੋਨੇ ਦਾ। ਐਂ ਤਾਂ ਮੇਰਾ ਜੀਵਨ ਨਹੀਂ ਚੱਲਣਾ। ਹੁਣ ਜੀਵਨ ਦਾ ਖੁਰਾਕ ਨਾਲ ਚੱਲੂਗਾ ਨਾ, ਸੋਨਾ ਕੋਈ ਖਾ ਤਾਂ ਨਹੀਂ ਸਕਦਾ। ਬਾਬਾ ਜੀ ਨੇ ਗਿਆਨ ਦਿੰਦਿਆਂ ਹੋਇਆਂ ਕਾਰੂ ਨੂੰ ਸ਼ਬਦ ਉਚਾਰਿਆ ਸੀ, ਹੋਤਾ ਨਾ ਰਾਖੀ ਅਕੇਲਾ ਨਾ ਖਾਏ, ਜੋ ਦਿਸੈ ਜਿਵੇਂ ਪਰਸੋ ਹੋਸੀ ਫਨਾਏ, ਪੈਸਾ ਤਿਸੀ ਕਾ ਜੋ ਦੇਵੈ ਦਿਲਾਵੈ ਰਜਾਵੈ ਖੁਦਾਏ। ਬਹੁਤ ਲੰਮਾ ਇੱਕ ਉਪਦੇਸ਼ ਪਾਤਸ਼ਾਹ ਨੇ ਉੱਥੇ ਫਿਰ ਬਖਸ਼ਿਆ ਸੀ। ਉਸ ਤੋਂ ਬਾਅਦ ਉਹ ਰਾਜੇ ਨੂੰ ਰਿਸ਼ੀ ਨੇ ਸਮਝਾਇਆ, ਭਲਿਆ ਤੂੰ ਕੀ ਸਮਝਦਾ ਕਿ ਮਾਇਆ ਹੀ ਸਭ ਕੁਝ ਹੈ? ਮਾਇਆ ਕੁਛ ਵੀ ਨਹੀਂ। ਫਿਰ ਉਹ ਆਪਣਾ ਬਚਨ ਵਾਪਸ ਲਿਆ ਤੇ ਰਾਜਾ ਨੋਰਮਲ ਹੋਇਆ, ਉਹਦੀ ਲੜਕੀ ਨੂੰ ਵੀ ਨੋਰਮਲ ਕਰ ਦਿੱਤਾ, ਪਾਣੀ ਦਾ ਛਿੱਟਾ ਮਾਰ ਕੇ ਗਿਆਨ ਦੇਣਾ ਸੀ ਉਸ ਨੂੰ। ਇਸ ਕਰਕੇ
बिन नावे धनबाद है, जे नाम नहीं जपना तो ये धन ये माया ये संपत्ति सब बेकार है। बात होंदी है बेकार, लड़ाइयां का घर है। भुलो मार गयाथ, जेड़ा बंदा भुल के इस माया के रस्ते चल रहा है, आ भी मेरा हो जे, आ भी मेरा हो जे, अखीर मेरी मेरी कर गए। धन धन कलातना साथ, किसी दे नाल कुछ नहीं जाता। साचो साहेब सेवी है, आओ ठीक है, रोजी रोटी पेट भरन वास्ते माया चाहिदी आ। दसा नौहां की किरत करिए। राजियां दा काम है जनता नूं सुख देना। राजियां दा काम ये नहीं कि सारा कुछ भंडारा करके इकट्ठा करके आपदे कोले रख लो ते जनता मरी जावे, दूजे देशां नूं तुरी जावे, किसान आत्म हत्यावां करी जाण। ये राजियां दा काम नहीं, ये माड़े राजियां दा काम है, माड़े मंत्रियों का काम है। तो मेरे प्रीतम जी कहते आओ साचो साहब सेवी है, परमेश्वर नाल जुड़िए, मालक नूं सिमरिए। गुरमुखे अकथो काथ, गुरमुखां दे कोलों उस अकथ की कथा सुनिए। अकथ परमेश्वर जिन्हों समझना बहुत औखा है, आओ गुरु दे कोलों ओदी जानकारी लै लईए। सतगुर पूरा जे मिले पाई है रतन विचार, गुरु कोलों ज्ञान प्राप्त कर लीए। जिंदगी किवें जिउणी आ, किवें जिंदगी साडी सुखी हो सकदी आ, क्यों असी दुखां च पए आ, इहदा सब कुछ गुरु जानदा, क्योंकि वह इंजीनियर है। परमेश्वर तो दूसरे नंबर ते गुरु है। जे परमेश्वर सृष्टि का मालक है तो गुरु उसका इंजीनियर है। कहते एक दिन इंजीनियर जिथे आ मत्थे दियां प्लेटां बन रही सी, आ खोपड़ी भाव मान लो एक वर्कशाप है, एक फैक्ट्री है बड़ी, जिथे बंदियां दे शरीर के पार्ट बनते हैं, उत्थे खोपड़ी बन रही सी। गुरु इंजीनियर का सुभाव है देखना कि इस की गलती है, की नुक्स है, की ठीक है, की गलत है। कहने वास्ते समझने वास्ते कहानी है छोटी जी। यह कहती इंजीनियर गुरु घूमदा घूमदा उस कमरे चलिया गया जिथे खोपड़ियां बन रही सी। उन्हें खोपड़ी चक्की, खोपड़ी दे पिछे लिखिया सीगा बंदा जो चाहे सो करे। गुरु ने सोचिया भी गल तो ठीक लिखी है, यह बंदा जो चाहे सो करे, पर अधूरी है। गुरु ने दूजे पासे लिख दिता जे लग्या रहे, जे लग्या रहे तो जो चाहे सो करे, जे अध विचाले वो काम फड़ लिया वो छड़ता, वो गुरु फड़ लिया वो छड़ता, जे आई करता रहे तो फिर की फायदा। इस करके गुरु इंजीनियर है, वो सानू जिंदगी सुखी जिउण दा ढंग दसदा है। जिमें ट्रैक्टरां दे, गड्डियां दे, मोटरां दे इंजीनियर दसदे हैं कि इस गड्डी च आ तेल पाउणा है, इन्ना पाउणा है, इन्ना आ पानी पाउणा है, इन्ना आ समान पाउणा फिर सही चलूगी। मनुखा जीवन की गड्डी नूं गुरु जानदा है कि सौखी किवें चल सकती है। आओ गुरु नूं मिलिए। साचो साहिब सेवी है, गुरु कहते परमेश्वर नूं भी सिमरिया कर तां सुखी वसेगा। गुरमुख अकथो काथ, नहीं तो फिर आवे जाए भवाई है, पए है किरत कमाए। ये मनुख अपने कीते हुए किरत के कारण, कर्मां के कारण भटकना विच पिया हुआ है। किरत कर्म के विछड़े कर कृपा मेलो राम। माड़ियां किरतां करके, माड़ी सोच करके भटक रहा है। मेरे प्रीतम जी कहने आवे जाए भवाई है, पए है किरत कमाए। कीते हुए कर्मां का फल भोग रहा है, कदे दुख कदे सुख। पूरब लिखिया क्यों मेटी है, लिखिया लेख रजाए। रजाए रजा जिमें परमेश्वर ने लिखिया तो परमेश्वर ने आपकी मर्जी नहीं की, जो मनुख ने मंगिया वो लिख के देता, कहते जा ले जा। इच्छा पूर्वक सर्व सुख दाता, हर जाके बस है काम तेना। पर परमेश्वर ने आपकी मर्जी किते नहीं की, बंदे ने जो मंगिया वो दिता इनू। को सतनाम श्री, जो मांगे ठाकुर अपने ते सोई सोई दे। प्रीतम जी कहने पूरब लिखिया क्यों मेटी आ। हुण कीते हुए कर्मां नूं कौन मेट सकदा है, ये ताकत गुरु कोल है। छोटी जी साखी इस विषय ते भी है। एक राजा गुरु प्यारे सतगुरु अर्जन देव जी की हजूरी विच आके नमस्कार करता है।
ਤੇ ਗੁਰੂ ਸਾਹਿਬ ਦੇ ਕੋਲੇ ਬਾਣੀ ਚੱਲ ਰਹੀ ਹੈ ਤੇ ਬਾਣੀ 'ਚ ਪੰਕਤੀ ਆ ਗਈ, ਲੇਖ ਨਾ ਮਿਟੀ ਹੈ ਸਖੀ ਜੋ ਲਿਖਿਆ ਕਰਤਾਰ। ਤੇ ਸੁਣਦਿਆਂ ਹੀ ਰਾਜੇ ਦੇ ਮਨ ਵਿੱਚ ਭਰਮ ਪੈਦਾ ਹੋ ਗਿਆ ਵੀ ਜਿਹੜਾ ਕਰਤਾਰ ਨੇ ਲਿਖਿਆ ਉਹ ਲੇਖ ਮਿਟਦਾ ਨਹੀਂ, ਤੇ ਫਿਰ ਗੁਰੂ ਕੋਲੇ ਆਉਣ ਦਾ ਕੀ ਫਾਇਦਾ। ਤੇ ਗੁਰੂ ਅਰਜਨ ਦੇਵ ਜੀ ਨੇ ਇਹਦਾ ਫੁਰਨਾ ਫੜ ਲਿਆ ਵੀ ਇਹਨੂੰ ਤਾਂ ਆਉਂਦੇ ਹੀ ਅਸ਼ਰਧਾ ਹੋ ਗਈ, ਸ਼ਰਧਾ ਹੀ ਖਤਮ ਹੋ ਗਈ ਇਹਦੀ, ਤਾਂ ਭਰਮ ਪੈ ਗਿਆ। ਫਿਰ ਗੁਰੂ ਸਾਹਿਬ ਨੇ ਉਹਦਾ ਭਰਮ ਦੂਰ ਕੀਤਾ, ਰਾਜੇ ਨੂੰ ਮਿਲੇ, ਰਾਜੇ ਦੇ ਮਨ 'ਚ ਭਰਮ ਪੈ ਗਿਆ, ਜਲ ਪਾਣੀ ਛਕਾਇਆ, ਰਾਮ ਲਈ ਉਹਨੂੰ ਕਮਰਾ ਆਦਿ ਦਿੱਤਾ। ਦੂਸਰੇ ਦਿਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਦਾ ਭਰਮ ਦੂਰ ਕਰਨ ਵਾਸਤੇ ਇੱਕ ਜੁਗਤ ਬਣਾਈ। ਸਿੱਖਾਂ ਨੂੰ ਕਹਿੰਦੇ ਰਾਜਾ ਸਾਹਿਬ ਨੂੰ ਕਹੋ ਕਿ ਸ਼ਿਕਾਰ ਦੇ ਸ਼ੌਂਕੀ ਹੁੰਦੇ ਆ, ਚਲੋ ਖੇਤਾਂ ਵੱਲ ਚੱਲਦੇ ਆ, ਸ਼ਿਕਾਰ ਖੇਡ ਕੇ ਆਉਣੇ। ਰਾਜਾ ਤਿਆਰ ਹੋ ਗਿਆ ਆਪਣੀ ਘੋੜੀ ਤੇ, ਸਤਿਗੁਰੂ ਅਰਜਨ ਦੇਵ ਜੀ ਵੀ ਘੋੜੀ ਤੇ ਚੜ੍ਹ ਕੇ ਜੰਗਲਾਂ ਵੱਲ ਨਿਕਲ ਗਏ। ਕਹਿੰਦੇ ਜਿਹਦੀ ਅੱਗੋਂ ਸ਼ਿਕਾਰ ਉੱਠਿਆ ਉਹੀ ਮਗਰ ਲਾਵੇਗਾ। ਇੱਕ ਹਿਰਨ ਨਿਕਲਿਆ, ਰਾਜੇ ਨੇ ਮਗਰ ਭਜਾਇਆ ਘੋੜਾ, ਬਾਕੀ ਵਹੀਰ ਤੋਂ ਪਿੱਛੇ ਰਹਿ ਗਏ, ਇਹਦੇ ਸੰਗੀ ਸਾਥੀ ਵੀ ਪਿੱਛੇ ਰਹਿ ਗਏ, ਗੁਰੂ ਸਾਹਿਬ ਵੀ ਪਿੱਛੇ ਰਹਿ ਗਏ, ਰਾਜਾ ਇਕੱਲਾ ਮੂਹਰੇ ਨਿਕਲ ਗਿਆ। ਬੜੀ ਦੂਰ ਨਿਕਲ ਗਿਆ, ਭੱਜਦਾ ਭੱਜਦਾ ਅੱਗੇ ਜਾ ਕੇ ਸ਼ਿਕਾਰ ਤਾਂ ਲੱਭਿਆ ਨਾ, ਗਾਇਬ ਹੋ ਗਿਆ। ਅੱਗੇ ਜਾ ਕੇ ਇੱਕ ਛਪੜੀ ਜੀ ਆ ਗਈ, ਛਪੜੀ ਕਿਨਾਰੇ ਇੱਕ ਦਰਖਤ ਹੈ, ਉੱਥੇ ਇਹਨੇ ਘੋੜਾ ਬੰਨਿਆ। ਘੋੜਾ ਬੰਨ ਕੇ ਆਰਾਮ ਕਰਨ ਲੱਗ ਪਿਆ। ਉੱਥੇ ਕੁਝ ਨਿੱਕੇ ਨਿੱਕੇ ਬੱਚੇ ਆ ਗਏ ਤੇ ਬੱਚੇ ਰਾਜੇ ਨੂੰ ਵੇਖ ਕੇ ਕਹਿੰਦੇ ਉਹ ਡੈਡੀ ਆ ਗਿਆ। ਤੇ ਜਵਾਕ ਤਾਂ ਭੱਜ ਕੇ ਘਰੇ ਗਏ, ਬੇਬੇ ਬਾਪੂ ਆ ਗਿਆ। ਬਾਪੂ ਆ ਗਿਆ, ਕਿੱਥੇ ਆ? ਕਹਿੰਦਾ ਉਹ ਦਰਖਤ ਥੱਲੇ ਬੈਠਾ ਹੈਗਾ। ਉਹ ਬੀਬੀ ਆਈ ਭੱਜੀ ਭੱਜੀ, ਕਹੀ ਤੁਸੀਂ ਇੱਥੇ ਬੈਠੇ ਹੋ, ਚਲੋ ਘਰੇ ਚੱਲੀਏ। ਰਾਜਾ ਕਹਿੰਦਾ ਤੂੰ ਕੌਣ ਹੈ? ਤੇ ਰਾਤ ਨੂੰ ਸਤਿਗੁਰਾਂ ਨੇ ਇਸ ਰਾਜੇ ਨੇ ਇੱਕ ਸੁਪਨਾ ਦਿਖਾਇਆ, ਤੇ ਉਹ ਰਾਤ ਵਾਲੇ ਸੁਪਨੇ ਨੂੰ ਯਾਦ ਕਰਕੇ ਇਹਨਾਂ ਨੂੰ ਵੇਖਦਾ ਕਿ ਇਹੀ ਪਰਿਵਾਰ ਰਾਤ ਇਹਨੂੰ ਸੁਪਨੇ 'ਚ ਮਿਲਿਆ। ਕੋਈ ਸਤਨਾਮ ਸੀ। ਸੁਪਨਾ ਕੀ ਸੀਗਾ ਵੀ ਇਹ ਰਾਤ ਨੂੰ ਸੁਪਨੇ 'ਚ ਮਰ ਗਿਆ, ਤੇ ਮਰ ਕੇ ਇਸ ਦਾ ਇੱਕ ਸੂਰਾਂ ਵਾਲਿਆਂ ਦੇ ਘਰੇ ਜਨਮ ਹੋਇਆ। ਤੇ ਸੂਰਾਂ ਵਾਲਿਆਂ ਦੇ ਘਰੇ ਜਨਮ ਹੋਇਆ, ਉੱਥੇ ਇਹਦੀ ਸ਼ਾਦੀ ਹੋਈ, ਘਰ ਵਾਲੀ ਆਈ, ਬਾਲ ਬੱਚੇ ਹੋਏ। ਸੂਰਾਂ ਨੂੰ ਚਾਰਦਾ ਚੂਰਦਾ ਜ਼ਿੰਦਗੀ ਖਤਮ ਹੋ ਗਈ, ਇਹਦੀ ਮਰ ਗਿਆ। ਤੇ ਅੱਜ ਪ੍ਰਤੱਖ ਦੇ ਵਿੱਚ ਉਹੀ ਸੁਪਨਾ ਸਾਹਮਣੇ ਖੜਾ, ਉਹੀ ਜਵਾਕ ਰਾਤ ਵਾਲੇ ਸੁਪਨੇ ਵਾਲੇ, ਉਹੀ ਘਰ ਵਾਲੀ, ਉਹੀ ਸੂਰ ਲਈ ਫਿਰਦੇ ਆ, ਉਹੀ ਛਪੜੀ ਤੇ ਉਹੀ ਦਰਖਤ। ਹੈਰਾਨ ਹੋ ਰਿਹਾ ਪਰ ਦੱਸਦਾ ਕਿਸੇ ਨੂੰ ਨਹੀਂਗਾ। ਉਹ ਇਸਤਰੀ ਕਹਿੰਦੀ ਤੁਸੀਂ ਘਰੇ ਚੱਲੋ। ਕਿੱਧਰ ਨਿਕਲ ਗਏ ਸੀਗੇ? ਆਹ ਘੋੜਾ ਜਾਂ ਤਲਵਾਰ ਜੀ ਕਿੱਥੋਂ ਲੈ ਕੇ ਆ ਗਏ ਤੁਸੀਂ? ਰਾਜਾ ਕਹਿੰਦਾ ਮੈਂ ਸੋਡਾ ਨਹੀਂ ਹੈਗਾ, ਮੈਂ ਫਲਾਣੇ ਹਰੀਪੁਰ ਦੇਸ਼ ਦਾ ਰਾਜਾ ਹਾਂ। ਕਹਿੰਦੀ ਇਹ ਕਿਵੇਂ ਹੋ ਸਕਦਾ? ਜਵਾਕ ਤੇਰੇ ਹੈ, ਤੂੰ ਸੂਰ ਚਾਰਦਾ ਰਿਹਾ। ਆਹ ਪਤਾ ਨਹੀਂ ਕਿੱਥੋਂ ਸੋਹਣਾ ਜਿਹਾ ਲਿਬਾਸ ਪਾ ਕੇ ਆ ਗਿਆ। ਕਹਿੰਦਾ ਮੈਂ ਰਾਜਾ। ਰਾਜਾ ਕਿਤੇ ਐਂ ਬਣ ਜਾਂਦਾ? ਪਿੰਡ 'ਚ ਰੌਲਾ ਪੈ ਗਿਆ, ਲੋਕ ਇਕੱਠੇ ਹੋ ਗਏ, ਲੋਕ ਵੀ ਕਹਿਣ ਤੂੰ ਇਹਦੇ ਘਰ ਵਾਲਾ। ਉਹ ਕਹਿੰਦਾ ਮੈਂ ਨਹੀਂ, ਸੋਡਾ ਨਹੀਂ ਹੈਗਾ। ਹੱਥ ਬੰਨੇ, ਫਿਰ ਤਾਂ ਜੇ ਦੁਨੀਆ ਮਗਰ ਪੈ ਗਈ। ਘਬਰਾ ਗਿਆ ਰਾਜਾ ਵੀ ਇਹ ਕੀ ਬਣ ਗਿਆ। ਫਿਰ ਗੁਰੂ ਸਾਹਿਬ ਨੂੰ ਯਾਦ ਕਰਦਾ, ਮਹਾਰਾਜ ਬਚਾਓ, ਆਹ ਕੀ ਬਣ ਗਿਆ? ਸੁਣ ਤਾਂ ਪਤਾ ਮੈਂ ਤੁਹਾਡੇ ਨਾਲ ਆਇਆ। ਇਤਨੇ ਗੁਰੂ ਸਾਹਿਬ ਵੀ ਲੱਭਦੇ ਲੱਭਦੇ ਪਹੁੰਚ ਗਏ ਕੱਠ ਕੋਲੇ। ਕਹਿੰਦੇ ਕੀ ਹੋ ਗਿਆ? ਪਿੰਡ ਵਾਲੇ ਕਹਿੰਦੇ ਜੀ ਆਹ ਮਨੁੱਖ ਹੈ ਨਾ ਜਿਹੜਾ, ਅੱਛਾ ਇਹ ਆ ਬੀਬੀ ਦੇ ਘਰ ਵਾਲਾ ਹੈ, ਆਹ ਇਹਦੇ ਜਵਾਕ ਹੈ। ਅਸੀਂ ਇਹਨੂੰ ਸਮਝਾਉਣੇ ਆ ਵੀ ਜਵਾਕ ਸੰਭਾਲ ਆਪਦੇ ਭਾਈ, ਘਰੇ ਚੱਲ। ਇਹ ਕਹਿੰਦਾ ਮੈਂ ਰਾਜਾ। ਗੁਰੂ ਸਾਹਿਬ ਕਹਿੰਦੇ ਕਿਉਂ ਭਾਈ? ਮਹਾਰਾਜ ਸੁਣ ਤਾਂ ਪਤਾ ਹੀ ਆ, ਮੈਂ ਹਰੀਪੁਰ ਦਾ ਰਾਜਾ ਹਾਂ, ਮੈਂ ਤਾਂ ਤੁਹਾਡੇ ਦਰਸ਼ਨਾਂ ਲਈ ਆਇਆ ਸੀਗਾ। ਕਹਿੰਦੇ ਸਾਨੂੰ ਤਾਂ ਠੀਕ ਹੈ, ਪਤਾ ਹੈ, ਪਰ ਤੂੰ ਇਹਨੇ ਤਸੱਲੀ ਕਰਾ। ਮਹਾਰਾਜ ਮੈਂ ਕਿਵੇਂ ਕਰਾਵਾਂ, ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ। ਗੁਰੂ ਸਾਹਿਬ ਕਹਿੰਦੇ ਵੀ ਤੁਹਾਡੇ ਬੰਦੇ ਨੂੰ ਕੀ ਹੋਇਆ ਸੀਗਾ? ਕਹਿੰਦੇ ਜੀ ਸਾਡੇ ਇੱਥੋਂ ਦੇ ਰੀਤੀ ਰਿਵਾਜ ਇੱਦਾਂ ਦਾ ਹੀ ਹੈ, ਜਦੋਂ ਕੋਈ ਮਰ ਜਾਂਦਾ ਹੈ ਕਿ ਅਸੀਂ ਜੰਗਲਾਂ ਦੇ ਵਿੱਚ ਉਸ ਨੂੰ ਦਫਨਾ ਦਿੰਦੇ ਹਾਂ ਜਾਂ ਸਿੱਟ ਦਿੰਦੇ ਹਾਂ, ਅਸੀਂ ਸੰਭਾਲਦੇ ਨਹੀਂ। ਹੋ ਸਕਦਾ ਇਹ ਬੰਦਾ ਜਾਣ ਕੇ ਪਖੰਡ ਕਰਦਾ ਹੋਵੇ ਮਰਨ ਦਾ, ਅਸੀਂ ਇਹਨੂੰ ਨੱਪਤਾ ਤੇ ਕਿਸੇ ਤਰ੍ਹਾਂ ਨਿਕਲ ਕੇ ਭੱਜ ਗਿਆ ਹੋਣਾ। ਹੋ ਸਕਦਾ ਵੀ ਇਹੀ ਉਹੀ ਹੈ। ਗੁਰੂ ਸਾਹਿਬ ਕਹਿੰਦੇ ਹੈ ਤਾਂ ਰਾਜਾ ਹੀ ਭਾਈ, ਤੁਸੀਂ ਜਿੱਥੇ ਨੱਪਿਆ ਸੀ ਉੱਥੇ ਜਾ ਕੇ ਪਟ ਕੇ ਦੇਖੋ। ਜਦ ਉੱਥੇ ਪਟਿਆ ਤੇ ਉੱਥੋਂ ਨਿਕਲ ਆਇਆ। ਕਹਿੰਦੇ ਫਿਰ ਤਸੱਲੀ ਹੋਈ, ਫਿਰ ਉਹਨੂੰ ਬਚਾ ਕੇ ਲਿਆਂਦਾ। ਫਿਰ ਰਸਤੇ ਵਿੱਚ ਪਾਤਸ਼ਾਹ ਉਚਾਰਦੇ ਆ ਪੰਗਤੀ, ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ। ਰਾਜਾ ਕਹਿੰਦਾ ਜੀ ਐਸੇ ਗੱਲ ਤੇ ਕੱਲ ਮੈਨੂੰ ਭਰਮ ਪੈ ਗਿਆ ਸੀ।
सोनू दसदा मैं उत्थे तां नहीं दसिया, रात सुपने विच आ सारा कुछ मैं देखिया ते सुपने में सूर चारदिया मैं पीलां खादियां गरीबी करके ते तड़के जब मैं दातन कुरला किया मेरिया जाड़ा चो पीलां दा बीज भी निकल आया, उस सुपने वाला एक बीज भी निकल आया, सारा परिवार भी दिस गया। पातशाह कहने तेरा भरम दूर करना सीगा, जेड़ा तू गुरु ते तरक कीता सीगा भी जे गुरु कोले आके भी कर्म नहीं कट्टे जाते ते फिर कौन कटूगा, ते इत्थे आउण दा फायदा की। को सतनाम मारा हुण तसल्ली हो गई, वाकया ही कहते तू साडे कोल आ गया, तेरा एक कर्म कट्टिया गया। अगर तू साडे कोल ना आउंदा, मर जांदा बाहर दी बाहर, फिर तू एक जन्म है सूरा वालियां दे घरे जन्म लेना सी, बच्चे पालने सी, सूर चारने सी, ए गरीबी वाला दौर भी देखना सी, पर तुरा कट्टिया गया क्योंकि दो गुरु कोले पहुंच गया। फिर राजा पैरी पैंदा है, संगतां नूं फिर समझ आई भी ये की कहानी सी अज वाली। तो मेरे प्रीतम जी बख्शिश करते हैं कि पूरब लिखिया क्यों मेटिया, लिखिया लेखर जाए। ਜਿਹੜਾ पूरबले समय ਦੇ ਵਿੱਚ पूर्व भाव ਅੱਜ ਤੋਂ ਪਹਿਲਾਂ, ਕੱਲ परसों, चौथे साल ਪਹਿਲਾਂ, ਮਹੀਨਾ ਪਹਿਲਾਂ, 2 ਸਾਲ ਪਹਿਲਾਂ, ਇਹ ਜ਼ਿੰਦਗੀ ਦੇ ਵਿੱਚ ਪਿਛਲੀਆਂ ਜ਼ਿੰਦਗੀਆਂ ਵਿੱਚ ਜੋ ਵੀ ਕੀਤਾ ਹੈ ਉਹਦਾ ਫਲ ਭੋਗਣਾ ਪੈਂਦਾ ਮਨੁੱਖ ਨੂੰ। ਕੋ ਸਤਨਾਮ ਸੀ ਅੱਜ ਤੋਂ ਪਹਿਲਾਂ, ਇਸ ਘੰਟੇ ਤੋਂ ਪਹਿਲਾਂ ਜੋ ਵੀ ਕਿਸੇ ਨੇ ਕੀਤਾ ਉਹ ਨੋਟ ਹੋ ਜਾਂਦਾ, ਲਿਖਿਆ ਜਾਂਦਾ ਹੈ, ਪਰਮੇਸ਼ਰ ਵੱਲੋਂ ਉਹ ਭੁਗਤਣਾ ਪੈਂਦਾ ਹੈ। प्रीतम जी कहते पूरब लिखिया क्यों मेटी है, लिखिया लेख रजाए। जिमें तेरी मर्जी सी उवें लिखिया गया ना, तू कीता ते हुण भोग। पर का बुरा ना राखा चीत, तुमको दुख नहीं पाई मीत। जे किसी का बुरा ना सोचीए साडा बुरा नहीं हो सकता कदे भी। बाबा जी कहते बिन हर नाम न छुट्टी है, गुरमत मिलै मिलाए। आओ गुरु की मत ग्रहण करिए, हरि दे नाम नाल जुड़िए तां इन्हां कर्मां तो छुट सकदे आ। सिखो याद रखो मालिक तो बगैर साडा कोई नहीं, तिस बिन मेरा को नहीं। जिसका जियो प्राण, उस मालिक ने शरीर दिता है, उन्हें प्राण दिता है, उन्हें जीव आत्मा विच बिठाई आ। हौमै ममता जल बलियो, लोभ जलियो अभिमान। जिन्हां दे पिछे असीं ये सब कुछ भुल जाने आ, वो है 5 विकार। हौमे ममता मतलब मोह, काम क्रोध लोभ मोह हंकार, इन्हां ने साडी जिंदगी बर्बाद कर छड्डी है। सानू बचा दिता इन्हां ने, मच जाने ही सारे। पातशाह जी कहते दुनिया की वडियाइयां अग्नि में पागो, जो मिले प्यारा अपना ते बोल करागो। ये दुनिया दीयां वडियाइयां सड़ जान। हौमै ममता जल बलियो, लोभ जलियो अभिमान, इन्हां ने साड़ता। इन्हां तो बचन वास्ते की करिए, नानक शब्द विचारिए। आओ गुरबाणी नूं विचारिए, जिवें गुरबाणी कहंदी आ उवें चलना शुरू करिए। पाईए गुणी निधान, ते गुणा दे खजाने परमेश्वर नूं मिलीए, ਉਹਦੇ ਵਿੱਚ मिल के सदा सदा ਲਈ इन्हां दुखां दा खात्मा हो जावे, जमना मरना मुक जावे। ਇਹ ਸੀ ਪਵਿੱਤਰ ਸ਼ਬਦ ਦੇ ਵਿਚਾਰ, ਰਹਿੰਦੇ 4 ਪਦਿਆਂ ਦੇ ਵਿਚਾਰ। ਸਤਿਗੁਰ ਪੂਰਾ ਜੇ ਮਿਲੈ, ਪਾਈਐ ਰਤਨ ਵਿਚਾਰ। ਮਨ ਦੀਜੈ ਗੁਰ ਆਪਣੇ, ਪਾਈਐ ਸਰਬ ਪਿਆਰ। ਮੁਕਤ ਪਦਾਰਥ ਪਾਈਐ, ਅਵਗੁਣ ਮੇਟਣ ਹਾਰ। ਗੁਰੂ ਵਾਲੇ ਬਣੀਏ, ਗੁਰੂ ਦੇ ਲੜ ਲੱਗੀਏ, और गुरु के कोलों ज्ञान प्राप्त करके रहिंदा जीवन सुखी करिए, सफला करिए। बहुत बहुत धन्यवाद जिन्हों ने हाजरियां लवाइया। अगला शब्द भी इसे विषय के नाल जुड़ता है। रे मन ऐसी हर स्यो प्रीत कर, जैसी जल कमले। हुण किहो जिहा प्यार पाईए गुरु दे नाल, जैसा पानी का कमल दे फुल का प्यार है, जैसा मच्छी का पानी दे नाल प्यार है, ऐसा प्यार गुरु नाल पाईए। ये विचार आपां कल नूं सरवण करांगे। ਹੁਣ ਸਮਾਂ ਸਮਾਪਤੀ ਤੇ ਆ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਬੋਲਦਿਆਂ ਨੇ ਇੱਕ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ